ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 25 ਅਪ੍ਰੈਲ ਹੈ, ਦਿਨ ਐਤਵਾਰ ਹੈ। ਅੱਜ ਪੰਜਾਬ ਦੇ ਵਿੱਚ ਲੁਧਿਆਣਾ ਅਤੇ ਮੋਹਾਲੀ ਨੂੰ ਮੁਕੰਮਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਅਜਿਹੀ ਪਾਬੰਦੀ ਨਹੀਂ ਲਾਈ ਗਈ ਹੈ। ਪੰਜਾਬ ਦੇ ਵਿੱਚ ਅੱਜ ਕੀ ਖੁੱਲ੍ਹਾ ਤੇ ਕੀ ਬੰਦ ਰਹੂਗਾ, ਇਹ ਅਸੀਂ ਤੁਹਾਨੂੰ ਖਬਰਾਂ ਦੇ ਵਿਸਥਾਰ ਦੇ ਵਿੱਚ ਦੱਸਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਸਪਲਾਈ ਸਨਅਤੀ ਇਕਾਈਆਂ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਨੇ। ਮੁੱਖ ਮੰਤਰੀ ਨੇ ਆਕਸੀਜਨ ਸੰਕਟ ਦੇ ਮੱਦੇਨਜ਼ਰ ਸੂਬਾ ਤੇ ਜ਼ਿਲ੍ਹਾ ਪੱਧਰ ਤੇ ਆਕਸੀਜਨ ਕੰਟਰੋਲ ਰੂਮ ਸਥਾਪਿਤ ਕਰਨ ਲਈ ਕਹਿ ਦਿੱਤਾ ਹੈ। ਕੇਂਦਰ ਨੂੰ ਪੰਜਾਬ ਲਈ ਆਕਸੀਜਨ ਕੋਟਾ ਵਧਾਉਣ ਦੀ ਮੰਗ ਕੀਤੀ ਹੈ। ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਦੇ ਵਿੱਚ ਕੋਰੋਨਾ ਦੇ 20 ਮਰੀਜ਼ਾਂ ਦੀ ਮੌਤ ਹੋ ਗਈ ਹੈ। 200 ਤੋਂ ਵੱਧ ਹੋਰ ਮਰੀਜ਼ਾਂ ਦੀ ਜਾਨ ਖਤਰੇ ਦੇ ਵਿੱਚ ਹੈ। ਆਕਸੀਜਨ ਦੀ ਘਾਟ ਕਾਰਨ ਹਾਲਾਤ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਗੰਭੀਰ ਦੱਸੇ ਜਾ ਰਹੇ ਨੇ। ਅੰਮ੍ਰਿਤਸਰ ਦੇ ਵੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਕਸੀਜਨ ਸੰਕਟ ਕਾਰਨ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। 5 ਮਰੀਜ਼ ਕੋਰੋਨਾ ਦੇ ਸਨ। ਕੈਪਟਨ ਨੇ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਜਾਂਚ ਕਮੇਟੀ 48 ਘੰਟਿਆਂ ਦੇ ਅੰਦਰ ਰਿਪੋਰਟ ਦੇਵੇਗੀ। ਆਕਸੀਜਨ ਦੇ ਮੁੱਦੇ ਤੇ ਦਿੱਲੀ ਹਾਈ ਕੋਰਟ ਨੇ ਤਿੱਖਾ ਬਿਆਨ ਦਿੱਤਾ ਹੈ ਕਿ ਆਕਸੀਜਨ ਸਪਲਾਈ ਵਿੱਚ ਵਿਘਨ ਪਾਉਣ ਵਾਲੇ ਨੂੰ ਫਾਹਾ ਲਾਵਾਂਗੇ, ਚਾਹੇ ਉਹ ਕੋਈ ਮਰਜ਼ੀ ਹੋਵੇ। ਕੁਵੈਤ ਦੇ ਨਾਲ-ਨਾਲ ਈਰਾਨ ਨੇ ਵੀ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਲੰਘੀ ਰਾਤ ਤੋਂ ਹੀ ਲਾਗੂ ਕਰ ਦਿੱਤਾ ਗਿਆ। ਕੇਂਦਰ ਸਰਕਾਰ ਨੇ ਕਿਰਕਰੀ ਤੋਂ ਬਾਅਦ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਕੋਰੋਨਾ ਦਾ ਟੀਕਾ 150 ਰੁਪਏ ਦਾ ਮਿਲੇਗਾ, ਜਦਕਿ ਭਾਰਤ ਬਾਇਓਟੈਕ ਨੇ ਕਿਹਾ ਹੈ ਕਿ ਅਸੀਂ 600 ਰੁਪਏ ਤੋਂ ਘੱਟ ਇਹ ਟੀਕਾ ਨਹੀਂ ਦੇ ਸਕਦੇ। ਸੂਬਾ ਸਰਕਾਰਾਂ ਨੂੰ 600 ਰੁਪਏ ਤੇ ਨਿੱਜੀ ਹਸਪਤਾਲਾਂ ਲਈ 1200 ਰੁਪਏ 1 ਮਈ ਤੋਂ 18 ਸਾਲ ਉਮਰ ਵਰਗ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਸ਼ੁਰੂ ਹੋ ਰਹੇ ਟੀਕਾਕਰਨ ਪ੍ਰੋਗਰਾਮ ਵਾਸਤੇ ਕੇਂਦਰ ਸਰਕਾਰ ਨੇ 150 ਰੁਪਏ ਤੈਅ ਕੀਤਾ ਹੈ, ਜਦਕਿ ਭਾਰਤ ਬਾਇਓਟੈਕ ਨੇ ਕਿਹਾ ਕਿ ਅਸੀਂ 600 ਰੁਪਏ ਤੋਂ ਸਸਤਾ ਟੀਕਾ ਨਹੀਂ ਵੇਚ ਸਕਦੇ। ਕੇਂਦਰ ਸਰਕਾਰ ਨੇ ਕੋਵਿਡ-19 ਦੇ ਟੀਕੇ, ਮੈਡੀਕਲ ਆਕਸੀਜਨ ਅਤੇ ਆਕਸੀਜਨ ਦੇ ਉਪਕਰਨਾਂ ਦੀ ਦਰਾਮਦ ਦੇ ਉੱਤੇ ਕਸਟਮ ਡਿਊਟੀ ਦੇ ਵਿੱਚ ਅਗਲੇ 3 ਮਹੀਨਿਆਂ ਦੀ ਛੋਟ ਦੇ ਦਿੱਤੀ ਹੈ। ਸਿੰਗਾਪੁਰ ਤੋਂ ਵੀ 4 ਕ੍ਰਾਇਓਜੈਨਿਕ ਆਕਸੀਜਨ ਟੈਂਕਰ ਭਾਰਤ ਪਹੁੰਚ ਚੁੱਕੇ ਨੇ ਤੇ ਹੁਣ ਅਮਰੀਕਾ ਤੋਂ ਵੀ ਆਕਸੀਜਨ ਮੰਗਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਾਈਡਨ ਪ੍ਰਸ਼ਾਸਨ ਤੇ ਐਸਟਰਾਜ਼ੈਨਿਕਾ ਵੈਕਸੀਨ ਤੇ ਹੋਰ ਦਵਾਈਆਂ ਭਾਰਤ ਭੇਜਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੁਸ਼ਕਿਲ ਦੀ ਘੜੀ ਦੇ ਵਿੱਚ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਮਰਾਨ ਖਾਨ ਨੇ ਭਾਰਤ ਨੂੰ ਕੋਵਿਡ ਦੀ ਲੜਾਈ ਮਿਲ ਕੇ ਲੜਨ ਦਾ ਸੱਦਾ ਦਿੱਤਾ ਹੈ। ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅਸੀਂ ਮੋਦੀ ਹਕੂਮਤ ਦੇ ਮਨਸੂਬਿਆਂ ਨੂੰ ਮਾਤ ਦੇਣ ਲਈ ਸੰਸਦ ਵੱਲ ਮਾਰਚ ਮੁਲਤਵੀ ਕੀਤਾ ਹੈ, ਕਿਉਂਕਿ ਮੋਦੀ ਸਰਕਾਰ ਕੋਈ ਨਾ ਕੋਈ ਬਹਾਨਾ ਲੱਭ ਕੇ ਸਾਨੂੰ ਦਿੱਲੀ ਮੋਰਚਿਆਂ ਤੋਂ ਖਦੇੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇ ਅਸੀਂ ਦਿੱਲੀ ਜਾਂਦੇ ਤਾਂ ਸਾਡੇ ਤੇ ਕਿਸੇ ਵੀ ਕਿਸਮ ਦਾ ਜਿਹੜਾ ਇਲਜ਼ਾਮ ਹੈ ਉਹ ਲਾਇਆ ਜਾ ਸਕਦਾ ਸੀ। ਇਹ ਬਹਾਨਾ ਕਰੋਨਾ ਬਿਮਾਰੀ ਦੇ ਫੈਲਣ ਦਾ ਵੀ ਹੋ ਸਕਦਾ ਸੀ ਤੇ ਬਹਾਨਾ ਕਿਸੇ ਐਕਸ਼ਨ ਨੂੰ ਹਿੰਸਕ ਰੰਗਤ ਦੇਣ ਰਾਹੀਂ ਵੀ ਬਣਾਇਆ ਜਾ ਸਕਦਾ ਸੀ। ਇਸ ਕਰਕੇ ਹਾਲ ਦੀ ਘੜੀ ਅਸੀਂ ਸੰਸਦ ਵੱਲ ਮਾਰਚ ਮੁਲਤਵੀ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਘੋਲ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਲਾਲ ਕਿਲਾ ਮਾਮਲੇ ਵਿੱਚ ਗ੍ਰਿਫਤਾਰ 2 ਹੋਰ ਨੌਜਵਾਨਾਂ ਨੂੰ ਜ਼ਮਾਨਤ ਮਿਲ ਗਈ ਹੈ। ਹਰਜੋਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਥਾਣਾ ਕੋਤਵਾਲੀ ਦੇ ਵੱਲੋਂ ਦਰਜ FIR ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਜ਼ਮਾਨਤ ਮਿਲ ਗਈ ਹੈ ਅਤੇ ਜਲਦੀ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਏਗਾ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਚੌਟਾਲਾ ਦੇ ਨਾਲ ਮੁਲਾਕਾਤ ਕੀਤੀ ਹੈ। ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੂੰ ਮਿਲਣ ਲਈ ਉਹਨਾਂ ਦੇ ਤੇਜਾ ਖੇੜਾ ਫਾਰਮ ਹਾਊਸ ਤੇ ਪਹੁੰਚੇ। ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ। ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਆਪਰੇਸ਼ਨ ਕਲੀਨ ਤੁਸੀਂ ਕਰਕੇ ਤਾਂ ਦਿਖਾਓ, ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ। ਬਾਰਦਾਨਾ ਮਾਮਲੇ ਤੇ ਵਿਰੋਧੀ ਪਾਰਟੀਆਂ ਲਗਾਤਾਰ ਕੈਪਟਨ ਸਰਕਾਰ ਨੂੰ ਘੇਰ ਰਹੀਆਂ ਨੇ। ਅਕਾਲੀ ਦਲ ਨੇ ਮੰਤਰੀ ਆਸ਼ੂ ਦੀ ਬਰਖਾਸਤਗੀ ਮੰਗੀ ਹੈ। ਸੂਬਾ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪੇ ਨੇ ਕੱਲ ਅਕਾਲੀ ਦਲ ਨੇ। ਭਗਵੰਤ ਮਾਨ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਫਸਲ ਖਰਾਬੇ ਦੇ ਲਈ ਸਰਕਾਰ ਬੋਨਸ ਦੇਵੇ। ਬੇਅਦਬੀ ਕਾਂਡ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੋ ਸਿੱਟ ਦੀ ਜਾਂਚ ਰਿਪੋਰਟ ਖਾਰਜ ਕਰ ਦਿੱਤੀ ਸੀ, ਉਹ ਫੈਸਲਾ ਹੁਣ ਜਨਤਕ ਕਰ ਦਿੱਤਾ ਹੈ। ਉਸ ਦੇ ਵਿੱਚ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਦਿੰਦਿਆਂ ਹੋਇਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਗੰਭੀਰ ਇਲਜ਼ਾਮ ਲਾਏ ਨੇ। ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੁਣ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲੈ ਕੇ ਨਿਸ਼ਾਨਾ ਸਾਧਿਆ ਹੈ ਤੇ ਉਹਨਾਂ ਨੂੰ ਬਰੀ ਕਰਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ। ਬੇਅਦਬੀ ਕਾਂਡ ਤੇ ਅਕਾਲੀ ਦਲ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਕਾਂਗਰਸ ਤੇ ਆਪ ਦਾ ਗੱਠਜੋੜ ਦੱਸਿਆ ਹੈ, ਕਿਹਾ ਹੈ ਬੇਅਦਬੀ ਕਾਂਡ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਬੇਨਕਾਬ ਹੋਇਆ ਹੈ। ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ।
ਕੁੰਵਰ ਵਿਜੇ ਪ੍ਰਤਾਪ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਖਾਸ ਖਬਰਾਂ ਕਰੋਨਾ ਅਪਡੇਟਸ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਕਿਉਂਕਿ ਮੁਲਕ ਦੇ ਵਿੱਚ ਇਸ ਵਕਤ ਕਰੋਨਾ ਤੋਂ ਇਲਾਵਾ ਕੋਈ ਵੀ ਹਲਚਲ, ਕੋਈ ਵੀ ਖਬਰ ਨਹੀਂ ਆ ਰਹੀ। ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਐਤਵਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਰਹੇਗਾ। ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਸਾਰੇ ਬਾਜ਼ਾਰ, ਸਿਨੇਮਾ ਹਾਲ ਜਾਂ ਫਿਰ ਜਿੰਨੀਆਂ ਵੀ ਜਨਤਕ ਥਾਵਾਂ ਹੁੰਦੀਆਂ ਨੇ ਸਭ ਬੰਦ ਰਹਿਣਗੀਆਂ। ਹਾਲਾਂਕਿ ਹਾਈਵੇ ਤੋਂ ਵਾਹਨ ਲੰਘ ਸਕਣਗੇ। ਲੁਧਿਆਣਾ ਦੇ ਡੀਸੀ ਵਰਿੰਦਰ ਕੁਮਾਰ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ ਕਿ ਇੱਕ ਦਿਨ ਦੇ ਮੁਕੰਮਲ ਲੋਕਡਾਊਨ ਦੇ ਵਿੱਚ ਲੁਧਿਆਣਾ ਵਾਸੀ ਸਹਿਯੋਗ ਜ਼ਰੂਰ ਕਰਨ। ਇਸ ਦੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵੀ ਮੁਕੰਮਲ ਬੰਦ ਰਹੇਗਾ। ਡੀਸੀ ਗਿਰੀਸ਼ ਦਿਆਲਨ ਨੇ ਐਲਾਨ ਕੀਤਾ ਹੈ ਕਿ ਮੋਹਾਲੀ ਦੇ ਵਿੱਚ ਐਤਵਾਰ ਨੂੰ ਮੁਕੰਮਲ ਲੋਕਡਾਊਨ ਰਹੇਗਾ। ਹਾਲਾਂਕਿ ਇਸ ਲੋਕਡਾਊਨ ਦਾ ਵਪਾਰੀ ਵਰਗ ਜ਼ਰੂਰ ਵਿਰੋਧ ਕਰ ਰਿਹਾ ਹੈ ਕਿ ਨਾਲ ਲੱਗਦੇ ਚੰਡੀਗੜ੍ਹ ਦੇ ਵਿੱਚ ਤਾਂ ਐਤਵਾਰ ਦਾ ਕੋਈ ਲੋਕਡਾਊਨ ਨਹੀਂ ਹੈ। ਪਿਛਲੇ ਹਫ਼ਤੇ ਉੱਥੇ ਵੀਕਐਂਡ ਲੋਕਡਾਊਨ ਸੀ, ਪਰ ਇਸ ਵਾਰ ਕੋਈ ਲੋਕਡਾਊਨ ਨਹੀਂ ਲਾਇਆ ਗਿਆ। ਤਾਂ ਉਹ ਕਹਿੰਦੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਜਦੋਂ ਸਾਰੇ ਜ਼ਿਲ੍ਹੇ ਖੁੱਲੇ ਨੇ ਐਤਵਾਰ ਨੂੰ, ਕੁਝ ਕੁ ਪਾਬੰਦੀਆਂ ਹੈਗੀਆਂ ਨੇ, ਪਰ ਕੱਲੇ ਮੋਹਾਲੀ ਜ਼ਿਲ੍ਹੇ ਨੂੰ ਕਿਉਂ ਬੰਦ ਕੀਤਾ ਗਿਆ? ਹਾਲਾਂਕਿ ਲੁਧਿਆਣਾ ਵੀ ਬੰਦ ਕੀਤਾ ਗਿਆ ਹੈ। ਪ੍ਰਸ਼ਾਸਨ ਦੇ ਵੱਲੋਂ ਇਹੀ ਜਿਹੜਾ ਤਰਕ ਦਿੱਤਾ ਜਾ ਰਿਹਾ ਹੈ, ਕਾਰਨ ਇਹੀ ਦੱਸਿਆ ਜਾ ਰਿਹਾ ਕਿ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਕੇਸ ਆ ਰਹੇ ਨੇ, ਇਸ ਕਰਕੇ ਬੰਦ ਕਰਨਾ ਜ਼ਰੂਰੀ ਹੈ। ਪੰਜਾਬ ਦੀ ਕੈਪਟਨ ਸਰਕਾਰ ਨੇ 20 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਜਿਹੜੀਆਂ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਨੇ ਉਹਨਾਂ ਬਾਰੇ ਅਸੀਂ ਮੁੜ ਤੋਂ ਜਾਣਕਾਰੀ ਦੇ ਦਿੰਨੇ ਆ, ਕਿਉਂਕਿ ਕਈ ਵਾਰੀ ਲੋਕ ਭੁੱਲ ਵੀ ਜਾਂਦੇ ਨੇ। ਇਸ ਕਰਕੇ ਸਮੇਂ-ਸਮੇਂ ਤੇ ਯਾਦ ਕਰਾਉਣਾ ਸਾਡਾ ਫਰਜ਼ ਹੈ। ਇੱਕ ਐਤਵਾਰ ਹੋਣ ਕਰਕੇ ਦੱਸਣਾ ਜ਼ਰੂਰੀ ਹੈ, ਕਿਉਂਕਿ ਐਤਵਾਰ ਨੂੰ ਲੋਕਡਾਊਨ ਹੈ, ਪੰਜਾਬ ਦੇ ਵਿੱਚ ਨਹੀਂ ਹੈ। ਕਾਫੀ ਲੋਕ ਨੇ ਜਿਹੜੇ ਦੁਬਿਧਾ ਦੇ ਵਿੱਚ ਵੀ ਫਸੇ ਹੋਏ ਨੇ। ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਤੁਹਾਨੂੰ ਅਪਡੇਟਸ ਇੱਕ ਵਾਰ ਫਿਰ ਤੋਂ ਯਾਦ ਕਰਵਾ ਦਿੰਨੇ ਆ। 20 ਅਪ੍ਰੈਲ ਤੋਂ ਰਾਤ ਦੇ ਕਰਫਿਊ ਦਾ ਸਮਾਂ ਹੈਗਾ ਜਿਹੜਾ ਪੰਜਾਬ ਦੇ ਵਿੱਚ, ਉਹ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕੀਤਾ ਗਿਆ ਹੈ। ਕਰਫਿਊ ਦਾ ਸਮਾਂ ਵਧਾਇਆ ਗਿਆ ਹੈ। ਵਿਆਹ, ਸੰਸਕਾਰ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦਾ ਇਕੱਠ ਹੈ, ਉਸ ਇਕੱਠ ਦੇ ਵਿੱਚ 20 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। 20 ਬੰਦੇ ਇਕੱਠੇ ਕਰਨ ਦੇ ਲਈ ਵੀ ਤੁਹਾਨੂੰ ਸਥਾਨਕ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪਵੇਗੀ। ਸਿਰਫ ਅੰਤਿਮ ਸੰਸਕਾਰ ਨੂੰ ਛੱਡ ਕੇ ਬਾਕੀ ਸਾਰੇ ਇਕੱਠਾਂ ਦੇ ਲਈ ਤੁਹਾਨੂੰ ਇਜਾਜ਼ਤ ਲੈਣੀ ਪਵੇਗੀ, ਫਿਰ ਹੀ 20 ਬੰਦੇ ਇਕੱਠੇ ਹੋ ਸਕਦੇ ਨੇ। 20 ਤਰੀਕ ਤੋਂ ਲੈ ਕੇ 30 ਅਪ੍ਰੈਲ ਤੱਕ ਪੂਰੇ ਪੰਜਾਬ ਦੇ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਕਿਸੇ ਵੀ ਤਰ੍ਹਾਂ ਦੇ ਕੋਚਿੰਗ ਸੈਂਟਰ, ਵਿਦਿਅਕ ਅਦਾਰੇ, ਸਪੋਰਟਸ ਕੰਪਲੈਕਸ, ਇਹ ਵੀ ਸਾਰੇ ਬੰਦ ਰਹਿਣਗੇ। ਨਿੱਜੀ ਲੈਬਸ ਦੇ ਵੱਲੋਂ RT-PCR ਅਤੇ ਰੈਪਿਡ ਐਂਟੀਜਨ ਟੈਸਟਿੰਗ ਦੀ ਕੀਮਤ ਨੂੰ 450 ਅਤੇ 300 ਕਰ ਦਿੱਤਾ ਗਿਆ ਹੈ। ਰੈਸਟੋਰੈਂਟ ਤੇ ਹੋਟਲ ਨੇ ਜਿਹੜੇ ਉਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਖੁੱਲੇ ਰਹਿਣਗੇ, ਪਰ ਇਹਨਾਂ ਦੇ ਵਿੱਚ ਬਹਿ ਕੇ ਤੁਸੀਂ ਨਹੀਂ ਖਾ ਸਕਦੇ। ਸਿਰਫ ਟੇਕ ਅਵੇ ਜਾਂ ਫਿਰ ਹੋਮ ਡਿਲੀਵਰੀ ਦੇ ਲਈ ਇਹ ਖੁੱਲੇ ਰਹਿਣਗੇ। ਤੇ ਐਤਵਾਰ ਨੂੰ ਸਾਰੇ ਮਾਲ, ਸਾਰੀਆਂ ਦੁਕਾਨਾਂ ਤੇ ਬਾਜ਼ਾਰ ਬੰਦ ਰੱਖਣ ਦਾ ਹੁਕਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤਾ ਹੈ। 30 ਅਪ੍ਰੈਲ ਤੱਕ ਇਹ ਪਾਬੰਦੀਆਂ ਲਾਗੂ ਰਹਿਣਗੀਆਂ। ਨਵੀਆਂ ਪਾਬੰਦੀਆਂ ਤੋਂ ਬਾਅਦ ਇਹ ਪਹਿਲਾ ਐਤਵਾਰ ਹੋਏਗਾ 25 ਅਪ੍ਰੈਲ ਦਾ, ਜਦੋਂ ਇਹ ਸਾਰਾ ਕੁਝ ਬੰਦ ਰਹੇਗਾ। ਹਾਲਾਂਕਿ ਜ਼ਰੂਰੀ ਸਮਾਨ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਜ਼ਰੂਰ ਖੁੱਲੀਆਂ ਰਹਿਣਗੀਆਂ ਪੂਰੇ ਪੰਜਾਬ ਦੇ ਵਿੱਚ ਐਤਵਾਰ ਨੂੰ। ਇਸ ਦੇ ਨਾਲ ਹੀ ਜਿਹੜਾ ਹੋਮ ਡਿਲੀਵਰੀ ਹੈ, ਆਨਲਾਈਨ ਤੁਸੀਂ ਆਰਡਰ ਹੈ ਜਿਹੜਾ ਉਹ ਵੀ ਲੈ ਸਕਦੇ ਹੋ। ਤੇ 30 ਅਪ੍ਰੈਲ ਤੱਕ ਹੋਰ ਕੋਈ ਐਤਵਾਰ ਨਹੀਂ ਆਏਗਾ, ਯਾਨੀ 20 ਤੋਂ 30 ਤੱਕ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਦੇ ਵਿੱਚ ਸਿਰਫ ਇੱਕ ਹੀ ਐਤਵਾਰ ਆਇਆ ਹੈ ਤੇ ਇੱਕ ਐਤਵਾਰ ਦੇ ਵਿੱਚ ਇਹ ਪਾਬੰਦੀਆਂ ਜਿਹੜੀਆਂ ਲਾਈਆਂ ਗਈਆਂ ਨੇ। ਮੁੱਖ ਮੰਤਰੀ ਕੈਪਟਨ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਿਹੜੇ ਪੰਜਾਬ 'ਚ ਵਿਦੇਸ਼ਾਂ ਤੋਂ ਆਉਣਗੇ ਲੋਕ, ਉਹਨਾਂ ਦੇ ਕੋਲ RT-PCR ਟੈਸਟ ਦੀ 72 ਘੰਟਿਆਂ ਤੋਂ ਵੱਧ ਪੁਰਾਣੀ ਨੈਗੇਟਿਵ ਰਿਪੋਰਟ ਨਹੀਂ ਹੋਣੀ ਚਾਹੀਦੀ। ਯਾਨੀ ਕਿ 72 ਘੰਟੇ ਪੁਰਾਣੀ ਨੈਗੇਟਿਵ ਰਿਪੋਰਟ ਹੈ ਜਿਹੜੀ ਉਹ ਹੋਣੀ ਚਾਹੀਦੀ, ਉਸ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਉਹਨਾਂ ਨੂੰ ਹਵਾਈ ਅੱਡਿਆਂ ਦੇ ਉੱਤੇ RT-PCR ਟੈਸਟ ਕਰਾਉਣਾ ਹੀ ਪਵੇਗਾ। ਜਿਹੜੇ ਵੀ ਲੋਕ ਧਾਰਮਿਕ, ਸਿਆਸੀ ਜਾਂ ਫਿਰ ਸਮਾਜਿਕ ਇਕੱਠਾਂ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ 5 ਦਿਨਾਂ ਦੇ ਲਈ ਲਾਜ਼ਮੀ ਤੌਰ ਤੇ ਘਰਾਂ ਤੋਂ ਵੱਖ ਰੱਖਿਆ ਜਾਵੇ, ਇਹ ਹੁਕਮ ਦਿੱਤੇ ਨੇ। ਨਾਲ ਹੀ ਇਹ ਵੀ ਕਿਹਾ ਵੀ ਜਿਹੜਾ ਵੀ ਕੋਈ ਵੱਡਾ ਇਕੱਠ ਕਰੇਗਾ, ਚਾਹੇ ਉਹ ਕੋਈ ਲੀਡਰ ਹੋਵੇ ਜਾਂ ਕੋਈ ਵੀ ਹੋਵੇ, ਤੇ ਜਿਹੜਾ ਉਸ ਇਕੱਠ ਦੇ ਪ੍ਰਬੰਧਾਂ ਦੇ ਵਿੱਚ ਆਪਣਾ ਸਹਿਯੋਗ ਦੇਵੇਗਾ, ਦੁਕਾਨਾਂ ਵਾਲੇ ਜਾਂ ਫਿਰ ਸ਼ਾਮਿਆਨੇ ਵਾਲੇ ਜਾਂ ਜਿਹੜੇ ਵੀ ਲੋਕ ਇਸ ਵਪਾਰ ਦੇ ਨਾਲ ਜੁੜੇ ਹੁੰਦੇ ਨੇ ਇਕੱਠ ਕਰਨ ਦੇ ਨਾਲ, ਉਹਨਾਂ ਸਾਰਿਆਂ ਖਿਲਾਫ ਪਰਚੇ ਦਰਜ ਕਰਨ ਦੇ ਵੀ ਹੁਕਮ ਕੈਪਟਨ ਨੇ ਕੀਤੇ ਨੇ। ਨਾਲ ਹੀ ਜਿਹੜੇ ਪਬਲਿਕ ਟਰਾਂਸਪੋਰਟ ਹੈ, ਜਨਤਕ ਵਾਹਨ ਨੇ, ਬੱਸਾਂ ਹੋਣ, ਟੈਕਸੀਆਂ ਹੋਣ, ਆਟੋ ਰਿਕਸ਼ੇ, ਇਹਨਾਂ ਸਾਰਿਆਂ ਦੇ ਵਿੱਚ ਯਾਤਰੀਆਂ ਦੀ ਗਿਣਤੀ ਹੈ ਜਿਹੜੀ ਉਹ 50% ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਤੇ ਪੰਜਾਬ ਪੁਲਿਸ ਕਾਫੀ ਸਖਤੀ ਕਰ ਰਹੀ ਹੈ। ਸਾਰੇ ਤੁਸੀਂ ਆਪਣਾ ਧਿਆਨ ਰੱਖੋ ਇਹਨਾਂ ਪਾਬੰਦੀਆਂ ਦੀ। 30 ਤਰੀਕ ਤੱਕ ਦੀ ਗੱਲ ਹੈ, 24 ਤਰੀਕ ਹੈ ਜਿਹੜੀ ਉਹ ਹੋ ਚੁੱਕੀ ਹੈ।
5 ਦਿਨ ਬਾਕੀ ਨੇ क्योंकि फाइन पाए जा रहे ने। महामारी एक्ट तहत केस भी दर्ज किए जा रहे ने। पूरे देश दे विचों पंजाब समेत कोरोना नाल जुड़े काफ़ी हादसे ने जिहड़े वो भी सामने आए ने। पर उस तो पहला एक पॉजिटिव खबर तुहानूं जरूर दस दिंदे आ। गुजरात सूबा प्रधानमंत्री नरेंद्र मोदी दा सूबा है जिथे कोविड मरीजां दे अते मरण वालियां दे आंकड़े लगातार वध रहे ने। पर 2 टापू हैगे ने इत्थे आलिया बेट ते सियाल बेट, इन्हां दे विच कोई भी कोरोना वायरस दा केस नहीं है। इत्थों दा प्रशासन कहदा है कि दोवें टापूआं ते भूगोलिक स्थिति अते स्थानक सख्ती करके इत्थे कोरोना वायरस नहीं फैलिया। अमरैली जिले के जाफराबाद तालुका दे विच पैंदे सियालबेट के सरपंच हमीर भाई ने दस्सिया कि पिंड दे लोकां ने सुरक्षा नियमां दी काफ़ी सख्ती दे नाल पालना कीती है। पिंडां दे विच सख्त कदम चुके गए ने। किसी नूं बाहरों पिंड आउण दी इजाजत नहीं दित्ती गई। हर रोज़ लोक नियमां दी पालना करते रहे। पहली कोविड लहर दौरान भी पिंड च एक भी केस नहीं आया सी ते दूसरी लहर दौरान भी कोई केस नहीं दर्ज किया गया। सरपंच ने दस्सिया कि जदों असीं पहली वारी कोरोना बारे सुनिया तां 5000 मास्क अते सैनिटाइजर खरीद के पिंड दे विच वंडे सी घर घर ते इस वेले भी डॉक्टर दी सलाह दे मुताबिक पिंड विच दवाइयां वंडियां जा रहीआं ने। पंजाब दे अमृतसर तो खबर है जिथे एक निजी नीलकंठ हस्पताल दे विच 6 मरीजां दी ऑक्सीजन दी घाट कारण मौत हो गई। नीलकंठ हस्पताल दे प्रबंधकां ने दस्सिया कि ऑक्सीजन दी कमी बारे असीं प्रशासन नूं सूचित कर दित्ता सी। मरण वाले व्यक्तियों दे विचों 5 कोरोना दे मरीज सी ते घटना की जानकारी तो बाद सिविल सर्जन ते होर सेहत अधिकारी हस्पताल विच तुरंत पहुंचे ते मामले की जांच शुरू कर दित्ती। लंघे दिनी इंडियन मैडिकल एसोसीएशन के डॉक्टरां ने डीसी नूं इस बारे मंग पत्र भी दित्ता सी, जिस तो बाद डीसी गुरप्रीत सिंह खैरा ने ऑक्सीजन की सप्लाई यकीनी बनाउण दा भरोसा भी दित्ता सी। इस तो पहला इत्थों दे सरकारी हस्पताल विच भी ऑक्सीजन की कमी सामने आ चुकी है। नीलकंठ हस्पताल के MD सुनील देवगन ने दस्सिया कि 5 मरीजों की मौत ऑक्सीजन की कमी कारण हुई है। पिछले 48 घंटिया तो कहते असीं लगातार प्रशासन तो नोडल ऑफिसर तो अते अपने ऑक्सीजन सप्लाई करन वालियां तो ऑक्सीजन मंग रहे सी। अपने पद्धर ते असीं अपने जानकारां तो कुछ सिलेंडर लैके गुजारा भी कीता, पर जदों होर ऑक्सीजन नहीं मिली तां असीं मरीजां नूं इह भी कहा कि वो किसी होर हस्पताल चले जाण। हालांकि इस बयान के उत्ते अमृतसर के असिस्टेंट डीसी हिमांशु अग्रवाल ने दस्सिया कि हस्पताल ने सानू ऑक्सीजन की कमी बारे जानकारी नहीं दी। जे कहते सानू इस बारे दस्सिया हुंदा तां असीं ऑक्सीजन का इंतजाम करके दिंदे ते मामले की जांच करन दा उन्हां ने दावा किया है। मरीज ने जिहड़े उन्हां दे परिवार वाले की कह रहे ने जिन्हां ने अपनियां जानां गवाईआं ने। रवि मल्होत्रा दे माता भी उन्हां मरीजां विचों एक ने जिन्हां ने जान गवाई है। उन्होंने कहा कि सानू दस्सिया गया सी कोविड है, ये भी कहा सी कि जल्दी ठीक हो जाएंगे, पर उन्हां दी मां दी मौत हो गई। इस तरह एक होर विक्की ने भी दस्सिया कि हस्पताल ने साडे तो पेपर साइन करवा ले सी कि जे ऑक्सीजन खत्म हो गई तो असीं जिम्मेवार नहीं होवांगे। सानू ये भी कहा गया तुहाडा मरीज ठीक है ते हुण कह रहे ने कि उन्हां दी मौत हो चुकी है। सो इस पूरे मामले दे विच मुख मंत्री कैप्टन अमरिंदर सिंह ने जांच दे हुक्म दे दिते ने। इसे तरह की खबर दिल्ली तो आ रही है जिथे दिल्ली के सर गंगा राम हस्पताल दे विच 25 मरीजों की मौत की खबर मिली सी। एक दिन पहला ऑक्सीजन की घाट कारण हुण इत्थों दे गोल्डन हस्पताल दे विच भी ऑक्सीजन खत्म होने कारण 20 मरीजों की मौत दसी जा रही है। हस्पताल के मैडिकल डायरैक्टर डॉक्टर DK बलूजा ने दस्सिया कि भंडार घट जाण कारण ऑक्सीजन का दबाव घट गया। हस्पताल दे विच 200 के करीब मरीज दाखल सन। उन्हां लई सवेरे 11:15 बजे सिर्फ अद्धे घंटे लिए ऑक्सीजन बची सी। इन्हां विचों 80% मरीज ऑक्सीजन के उत्ते निर्भर सी। सरकार दे वल्लों ऑक्सीजन की पूर्ति लई कोई वादा नहीं किया गया। सो इस तरह दी मौतां ने जिहड़ियां लगातार सामने आ रही ने, कदे दिल्ली के हस्पताल कदे अमृतसर के हस्पताल तो। सो देश दे विच जिस कदर कोरोना के कारण ते ऑक्सीजन की मारामारी के कारण हालात बने हुए ने, इस दरम्यान शिव सेना ने टिप्पणी की है सख्त। प्रधानमंत्री नरेंद्र मोदी की सरकार के उत्ते खास तौर पर प्रधानमंत्री नरेंद्र मोदी का नाम लैके टिप्पणी की है। कहा कि मोदी देश नूं स्वर्ग बनाना चाहते सी, अज देख लो की हाल हो गया। शिव सेना ने कहा कि जे सुप्रीम कोर्ट ने चोण रैलियां ते हरिद्वार दे विच कुंभ मेले नूं लैके समय ते सख्त हुक्म दिते हुंदे तां अज देश दे विच कोरोना करके हालात इन्ने खराब ना हुंदे। दरअसल सुप्रीम कोर्ट ने केंद्र सरकार तो कोरोना महामारी के मद्देनज़र ऑक्सीजन सप्लाई अते टीकाकरण की कौमी योजना साझा करन दे हुक्म दिते ने। उस तो बाद शिव सेना ने बयान दिता है। दिल्ली के जिहड़े जयपुर गोल्डन हस्पताल दे विच घटना वापरी है,
ਆਕਸੀਜਨ ਦੀ ਘਾਟ ਨਾਲ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਮਸਲੇ ਦੇ ਵਿੱਚ ਸ਼ਿਵ ਸੈਨਾ ਨੇ ਪੁੱਛਿਆ ਕਿ ਇਹਨਾਂ ਮੌਤਾਂ ਦੇ ਲਈ ਜੇ ਕੇਂਦਰ ਸਰਕਾਰ ਨਹੀਂ ਤਾਂ ਕਿਸ ਨੂੰ ਜ਼ਿੰਮੇਦਾਰ ਠਹਿਰਾਇਆ ਜਾਏ, ਕਿਉਂਕਿ ਇਹ ਤਾਂ ਸਿੱਧੀ ਜੀ ਗੱਲ ਹੈ ਕਿ ਆਕਸੀਜਨ ਦੀ ਸਪਲਾਈ ਹੈ ਜਿਹੜੀ ਉਹ ਸਿਰਫ ਤੇ ਸਿਰਫ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ, ਸੂਬਿਆਂ ਦੇ ਵਿੱਚ ਇਸ ਦਾ ਕੋਈ ਰੋਲ ਹੀ ਨਹੀਂ ਹੈ। ਤਾਂ ਆਕਸੀਜਨ ਦੇ ਨਾਲ ਜਿੰਨੀਆਂ ਮੌਤਾਂ ਹੋ ਰਹੀਆਂ ਨੇ ਆਕਸੀਜਨ ਦੀ ਕਮੀ ਦੇ ਨਾਲ, ਉਹਨਾਂ ਸਾਰੀਆਂ ਦਾ ਜ਼ਿੰਮਾ ਉਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਦੇ ਸਿਰ ਕਿਉਂ ਨਹੀਂ ਜਾਂਦਾ। ਕਿਹਾ ਗਿਆ ਕਿ ਮੋਦੀ ਅਤੇ ਉਹਨਾਂ ਦੇ ਸਾਥੀ ਭਾਰਤ ਨੂੰ ਸਵਰਗ ਬਣਾਉਣਾ ਚਾਹੁੰਦੇ ਸੀ। ਅੱਜ ਸਾਨੂੰ ਸਿਰਫ ਸ਼ਮਸ਼ਾਨ ਅਤੇ ਕਬਰਸਤਾਨ ਹੀ ਨਜ਼ਰ ਆ ਰਹੇ ਨੇ। ਕੀ ਇਹ ਨਰਕ ਹੈ? ਅਸੀਂ ਨਰਕ ਦੇ ਵਿੱਚ ਰਹਿ ਰਹੇ ਹਾਂ, ਤੇ ਸਖਤ ਟਿੱਪਣੀ ਕੀਤੀ ਹੈ। ਇਸੇ ਦਰਮਿਆਨ ਖਬਰ ਆ ਰਹੀ ਹੈ ਕਿ ਦਿੱਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਵੀ ਆਕਸੀਜਨ ਖਤਮ ਹੋਣ ਦੇ ਕੰਢੇ ਹੈ। ਮਦਦ ਦੀ ਗੁਹਾਰ ਲਾਈ ਹੈ ਕੇਂਦਰ ਸਰਕਾਰ ਨੂੰ। ਫੋਰਟਿਸ ਹਸਪਤਾਲ ਇੱਕ ਵੱਡਾ ਨਾਮ ਹੈ। ਇਸ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਰੀਜ਼ ਭਰਤੀ ਹੁੰਦੇ ਨੇ, ਦਾਖਲ ਹੁੰਦੇ ਨੇ। ਜੇ ਇੱਥੇ ਆਕਸੀਜਨ ਖਤਮ ਹੋ ਜਾਂਦੀ ਹੈ ਤਾਂ ਹਾਲਾਤ ਤੁਸੀਂ ਸੋਚ ਸਕਦੇ ਹੋ ਕਿਸ ਤਰ੍ਹਾਂ ਦੇ ਹੋ ਸਕਦੇ ਨੇ। ਇਸੇ ਦਰਮਿਆਨ ਦਿੱਲੀ ਹਾਈ ਕੋਰਟ ਨੇ ਬਹੁਤ ਹੀ ਸਖਤ ਟਿੱਪਣੀ ਕੀਤੀ ਹੈ। ਕਿਹਾ ਹੈ ਕਿ ਜੇ ਕੇਂਦਰ, ਸੂਬਾ ਜਾਂ ਸਥਾਨਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਆਕਸੀਜਨ ਦੀ ਸਪਲਾਈ ਦੇ ਵਿੱਚ ਰੋੜਾ ਬਣ ਰਿਹਾ ਹੈ ਤਾਂ ਅਸੀਂ ਉਸ ਨੂੰ ਫਾਂਸੀ ਲਾ ਦੇਵਾਂਗੇ। ਇਹ ਟਿੱਪਣੀ ਮਹਾਰਾਜਾ ਅਗਰਸੈਨ ਹਸਪਤਾਲ ਦੇ ਵੱਲੋਂ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਜਸਟਿਸ ਵਿਪਨ ਸੰਘੀ ਅਤੇ ਜਸਟਿਸ ਰੇਖਾ ਪੱਲੀ ਦੇ ਬੈਂਚ ਨੇ ਕੀਤੀ ਹੈ। ਕੋਵਿਡ ਦੇ ਗੰਭੀਰ ਬਿਮਾਰ ਮਰੀਜ਼ਾਂ ਦੇ ਲਈ ਆਕਸੀਜਨ ਦੀ ਘਾਟ ਬਾਰੇ ਹਸਪਤਾਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੋਈ ਹੈ। ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਦਿੱਲੀ ਸਰਕਾਰ ਦੱਸੇ ਕਿ ਆਕਸੀਜਨ ਦੀ ਸਪਲਾਈ ਨੂੰ ਆਖਿਰਕਾਰ ਕੌਣ ਰੋਕ ਰਿਹਾ ਹੈ। ਸਾਨੂੰ ਦੱਸੋ, ਅਸੀਂ ਉਸ ਬੰਦੇ ਨੂੰ ਫਾਹੇ ਲਾ ਦੇਵਾਂਗੇ। ਅਸੀਂ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ। ਸੁਣਵਾਈ ਦੌਰਾਨ ਅਦਾਲਤ ਨੇ ਕੇਂਦਰ ਸਰਕਾਰ ਨੂੰ ਵੀ ਫਟਕਾਰ ਲਾਈ ਹੈ। ਕੇਂਦਰ ਨੂੰ ਕਿਹਾ ਕਿ ਤੁਸੀਂ 21 ਅਪ੍ਰੈਲ ਨੂੰ ਭਰੋਸਾ ਦਿੱਤਾ ਸੀ ਕਿ ਦਿੱਲੀ ਨੂੰ ਰੋਜ਼ਾਨਾ 480 ਮੀਟ੍ਰਿਕ ਟਨ ਆਕਸੀਜਨ ਦਿੱਤੀ ਜਾਏਗੀ। ਇਹ ਕਦੋਂ ਦਿਓਗੇ? ਅੰਕੜਿਆਂ ਦੀ ਗੱਲ ਕਰ ਲਈਏ ਤਾਂ ਲੰਘੇ 24 ਘੰਟਿਆਂ ਦੇ ਵਿੱਚ ਭਾਰਤ ਦੇ ਵਿੱਚ ਕਰੋਨਾ ਦੇ 4.25 ਲੱਖ ਤੋਂ ਵੀ ਵੱਧ ਮਾਮਲੇ ਸਾਹਮਣੇ ਆਏ ਨੇ 24 ਘੰਟਿਆਂ ਦੇ ਵਿੱਚ। ਇਸ ਦੇ ਨਾਲ ਦੇਸ਼ ਦੇ ਵਿੱਚ ਹੁਣ ਕੁੱਲ ਪੋਜ਼ਿਟਿਵ ਕੇਸਾਂ ਦੀ ਗਿਣਤੀ ਹੈ ਜਿਹੜੀ ਉਹ 1,66,00,000 ਤੋਂ ਵੀ ਟੱਪ ਗਈ ਹੈ। ਕਰੋਨਾ ਦੀ ਇਸ ਦੂਸਰੀ ਲਹਿਰ ਦੇ ਵਿੱਚ ਕੇਂਦਰ ਸਰਕਾਰ ਦੀ ਕਾਫੀ ਕਿਰਕਰੀ ਹੋ ਰਹੀ ਹੈ। ਕੇਂਦਰ ਸਰਕਾਰ ਦੇ ਉੱਤੇ ਜਿਹੜੇ ਮਾੜੇ ਪ੍ਰਬੰਧਾਂ ਦੇ ਇਲਜ਼ਾਮ ਲੱਗ ਰਹੇ ਨੇ ਉਹ ਕੋਈ ਗਲਤ ਨਹੀਂ ਲੱਗ ਰਹੇ, ਕਿਉਂਕਿ ਪੂਰਾ 1 ਸਾਲ ਹੋ ਗਿਆ ਮਹਾਮਾਰੀ ਨੂੰ ਆਏ ਹੋਏ, ਉਸ ਤੋਂ ਵੀ ਵੱਧ ਹੁਣ ਤਾਂ ਲੰਘ ਗਿਆ, 12 ਦੇ ਵੀ 13 ਮਹੀਨੇ ਹੋ ਗਏ ਨੇ। ਪਰ ਕੇਂਦਰ ਸਰਕਾਰ ਨੇ ਜਾਂ ਫਿਰ ਸੂਬਾ ਸਰਕਾਰਾਂ ਨੇ ਆਖਿਰਕਾਰ ਪ੍ਰਬੰਧ ਕੀ ਕੀਤੇ? ਜਦੋਂ ਪਤਾ ਹੈ ਕਿ ਆਕਸੀਜਨ ਬਹੁਤ ਜ਼ਰੂਰੀ ਹੈ ਕਰੋਨਾ ਦੇ ਇਲਾਜ ਲਈ, ਤਾਂ ਕੀ ਹਰ ਸੂਬੇ ਦੇ ਵਿੱਚ ਆਕਸੀਜਨ ਦੇ ਪਲਾਂਟ ਵਾਧੂ ਮਾਤਰਾ ਦੇ ਵਿੱਚ ਨਹੀਂ ਲਾਉਣੇ ਚਾਹੀਦੇ ਸੀ? ਪੰਜਾਬ ਦੇ ਵਿੱਚ ਸਿਰਫ 3 ਪਲਾਂਟ ਨੇ। ਹੁਣ ਮੁੱਖ ਮੰਤਰੀ ਕੈਪਟਨ ਅਪੀਲ ਕਰ ਰਹੇ ਨੇ ਕਿ 2 ਹੋਰ ਪਲਾਂਟਾਂ ਨੂੰ ਚਾਲੂ ਕਰਨ ਦੀ ਮਨਜ਼ੂਰੀ ਦੇ ਦਿਓ। ਇਹ ਹੁਣ ਹੀ ਕਿਉਂ ਯਾਦ ਆਇਆ? ਪਹਿਲਾਂ ਕਿਉਂ ਨਹੀਂ ਯਾਦ ਆਇਆ? ਜਦੋਂ ਕਰੋਨਾ ਮਹਾਮਾਰੀ ਤੋਂ ਥੋੜਾ ਜਿਹਾ ਜਿਹੜਾ ਬਚਾਅ ਹੋਣਾ ਸ਼ੁਰੂ ਹੋਇਆ ਸੀ, ਸਾਰਾ ਕੁਝ ਇੱਕਦਮ ਠੀਕ ਹੋਣਾ ਸ਼ੁਰੂ ਹੋ ਗਿਆ ਸੀ, ਉਦੋਂ ਸਰਕਾਰਾਂ ਫੇਰ ਤੋਂ ਕੰਨ ਲਪੇਟ ਕੇ ਕਿਉਂ ਬੈਠ ਗਈਆਂ ਸੀ? ਇਸੇ ਦਰਮਿਆਨ ਹੁਣ ਕੇਂਦਰ ਸਰਕਾਰ ਨੇ ਅਗਲੇ 3 ਮਹੀਨਿਆਂ ਦੇ ਲਈ ਆਕਸੀਜਨ ਅਤੇ ਆਕਸੀਜਨ ਦੇ ਨਾਲ ਜੁੜੇ ਹੋਏ ਜਿੰਨੇ ਵੀ ਉਪਕਰਨ ਹੁੰਦੇ ਨੇ ਉਹਨਾਂ ਦੀ ਦਰਾਮਦ ਦੇ ਉੱਤੇ ਕਸਟਮ ਡਿਊਟੀ ਅਤੇ ਸਿਹਤ ਸੈਸ ਤੇ ਛੋਟ ਦੇ ਦਿੱਤੀ ਹੈ। ਅਗਲੇ 3 ਮਹੀਨਿਆਂ ਤੱਕ ਕੋਈ ਵੀ ਕਸਟਮ ਡਿਊਟੀ ਤੇ ਸੈਸ ਨਹੀਂ ਲੱਗੇਗਾ, ਯਾਨੀ ਕਿ ਟੈਕਸ ਤੋਂ ਛੋਟ ਦਿੱਤੀ ਹੈ ਅਗਲੇ 3 ਮਹੀਨਿਆਂ ਦੇ ਲਈ। ਜੇ ਤੁਸੀਂ ਬਾਹਰੋਂ ਕੁਝ ਮੰਗਵਾਉਣੇ ਹੈਗੇ ਹੋ ਆਕਸੀਜਨ ਜਾਂ ਇਸ ਦੇ ਨਾਲ ਜੁੜਿਆ ਹੋਇਆ। ਸਖਤ ਆਲੋਚਨਾ ਦੇ ਨਾਲ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਘਿਰੀ ਹੋਈ ਹੈ ਤੇ ਕੇਂਦਰ ਸਰਕਾਰ ਨੇ ਹੰਗਾਮੀ ਬੈਠਕ ਕੀਤੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਗਲੇ 3 ਮਹੀਨਿਆਂ ਦੇ ਲਈ ਕਸਟਮ ਡਿਊਟੀ ਨੂੰ ਹਟਾ ਦਿੱਤਾ ਜਾਵੇਗਾ। ਇਸ ਫੈਸਲੇ ਦੇ ਨਾਲ ਆਕਸੀਜਨ ਤੇ ਇਸ ਦੇ ਨਾਲ ਜੁੜੇ ਉਪਕਰਨ ਨਾ ਸਿਰਫ ਸਸਤੇ ਹੋਣਗੇ ਬਲਕਿ ਉਹਨਾਂ ਨੂੰ ਵਿਦੇਸ਼ਾਂ ਤੋਂ ਦੇਸ਼ ਦੇ ਵਿੱਚ ਲਿਆਉਣਾ ਵੀ ਸੌਖਾ ਹੋ ਜਾਏਗਾ। ਅਮਰੀਕਾ, ਬਰਤਾਨੀਆ, ਕੈਨੇਡਾ, ਦੁਬਈ ਅਤੇ UAE ਤੋਂ ਬਾਅਦ ਹੁਣ ਕੁਵੈਤ ਨੇ ਵੀ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਸਿਹਤ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਕੁਵੈਤ ਦੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ 24 ਅਪ੍ਰੈਲ ਤੋਂ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਸਿੱਧੀਆਂ ਵਪਾਰਿਕ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸਿੱਧੇ ਜਾਂ ਕਿਸੇ ਹੋਰ ਦੇਸ਼ ਰਾਹੀਂ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਉਦੋਂ ਹੀ ਕੁਵੈਤ ਐਂਟਰ ਕਰਨ ਦੀ ਇਜਾਜ਼ਤ ਹੋਵੇਗੀ ਜੇ ਉਹਨਾਂ ਨੇ ਘੱਟੋ ਘੱਟ 14 ਦਿਨ ਭਾਰਤ ਤੋਂ ਬਾਹਰ ਗੁਜ਼ਾਰੇ ਹੋਣ। CSIR ਯਾਨੀ ਕਿ ਕਾਉਂਸਲ ਫਾਰ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਦੇ ਮੁਤਾਬਿਕ ਪੰਜਾਬ ਦੇ ਵਿੱਚ ਡਬਲ ਮਿਊਟੈਂਟ ਵੇਰੀਐਂਟ ਨਹੀਂ ਮਿਲਿਆ ਹੈ।
CSIR ਦੇ ਮੁਤਾਬਿਕ ਸਿਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਕਰੋਨਾ ਦੇ ਡਬਲ ਮਿਊਟੈਂਟ ਉੱਤੇ ਵੀ ਕਾਰਗਰ ਹੈ, ਯਾਨੀ ਕਿ ਇਸ ਦੇ ਉੱਤੇ ਵੀ ਆਪਣਾ ਅਸਰ ਦਿਖਾਉਂਦੀ ਹੈ। ਮਹਾਰਾਸ਼ਟਰ ਦੇ ਕੁਝ ਸੈਂਪਲਾਂ ਦੇ ਵਿੱਚ ਕਰੋਨਾ ਵਾਇਰਸ ਦਾ ਡਬਲ ਮਿਊਟੈਂਟ ਜ਼ਰੂਰ ਮਿਲਿਆ, ਪਰ ਇਹ ਲਾਗ ਦਾ ਮੁੱਖ ਕਾਰਨ ਨਹੀਂ ਬਣ ਰਿਹਾ। ਇਸੇ ਦਰਮਿਆਨ ਪੰਜਾਬ ਦੇ ਵਿੱਚ ਇਹ ਨਹੀਂ ਮਿਲਿਆ ਹੈ। ਇਹ ਰਾਹਤ ਵਾਲੀ ਖਬਰ ਹੈ ਜਿਹੜੀ CSIR ਨੇ ਦਿੱਤੀ ਹੈ। 1 ਮਈ ਤੋਂ ਭਾਰਤ ਦੇ ਵਿੱਚ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋ ਰਿਹਾ। ਟੀਕਾਕਰਨ ਦਾ ਇਹ ਤੀਸਰਾ ਪੜਾਅ ਹੋਵੇਗਾ। ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੂੰ ਇੱਕ ਸਪਸ਼ਟੀਕਰਨ ਦੇਣਾ ਪਿਆ ਹੈ। ਸਿਹਤ ਮੰਤਰਾਲੇ ਨੇ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਕੋਵਿਡ-19 ਟੀਕਿਆਂ ਦੀ ਖਰੀਦ ਕੀਮਤ 150 ਰੁਪਏ ਪ੍ਰਤੀ ਖੁਰਾਕ ਹੈ। GOI ਦੇ ਵੱਲੋਂ ਖਰੀਦੀਆਂ ਖੁਰਾਕਾਂ ਨੇ ਜਿਹੜੀਆਂ ਉਹ ਸਾਰੇ ਸੂਬਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਮੁਫਤ ਦਿੱਤੀਆਂ ਜਾਣਗੀਆਂ। ਪਿਛਲੇ ਦਿਨੀ ਜਦੋਂ ਰੇਟ ਤੈਅ ਕੀਤੇ ਗਏ ਸੀ ਕਿ ਨਿੱਜੀ ਹਸਪਤਾਲਾਂ ਨੂੰ 600 ਰੁਪਏ ਦਾ ਇੱਕ ਟੀਕਾ ਸੂਬਿਆਂ ਦੇ ਵਿੱਚ ਤੇ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਨੂੰ 400 ਦਾ ਇੱਕ ਟੀਕਾ ਮਿਲੇਗਾ, ਤਾਂ ਇਸ ਤੇ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਘਿਰੀ ਹੋਈ ਸੀ ਕਿ ਇੰਨਾ ਮਹਿੰਗਾ ਟੀਕਾ ਆਖਿਰਕਾਰ ਕਿਉਂ ਦਿੱਤਾ ਜਾ ਰਿਹਾ ਹੈ। ਤਾਂ ਹੁਣ ਕੇਂਦਰ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਪਿਆ। ਨਵੀਂ ਨੀਤੀ ਦਾ ਵੀ ਐਲਾਨ ਕੀਤਾ ਸੀ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਕਿ ਹੁਣ ਸੂਬਾ ਸਰਕਾਰਾਂ ਅਤੇ ਨਿੱਜੀ ਸੰਸਥਾਵਾਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਤੋਂ ਸਿੱਧਾ ਹੀ ਟੀਕਾ ਖਰੀਦ ਸਕਦੀਆਂ ਨੇ। ਇਸ ਤੋਂ ਇਲਾਵਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ 50% ਡੋਜ਼ ਖੁੱਲੇ ਬਾਜ਼ਾਰ ਦੇ ਵਿੱਚ ਵੀ ਵੇਚ ਸਕਣਗੀਆਂ। ਨਵੀਂ ਨੀਤੀ ਦੇ ਐਲਾਨ ਤੋਂ ਬਾਅਦ ਲੋਕਾਂ ਵਿੱਚ ਟੀਕੇ ਦੀ ਕੀਮਤ ਨੂੰ ਲੈ ਕੇ ਚਿੰਤਾ ਵੱਧ ਗਈ ਸੀ ਤੇ ਸਰਕਾਰ ਦੇ ਮੁਫਤ ਵੈਕਸੀਨ ਦੇ ਦਾਅਵਿਆਂ ਤੇ ਵੀ ਸਵਾਲ ਉੱਠਣ ਲੱਗੇ ਸੀ। ਤੇ ਹੁਣ ਇਹ ਸਾਫ਼ ਕਰ ਦਿੱਤਾ ਸਰਕਾਰ ਨੇ ਕਿ ਕੋਵਿਸ਼ੀਲਡ ਅਤੇ ਕੋਵੈਕਸਿਨ ਦੋਵਾਂ ਟੀਕਿਆਂ ਦੀ ਕੀਮਤ 150 ਰੁਪਏ ਹੀ ਰਹੇਗੀ। ਸੋ ਇਸੇ ਦਰਮਿਆਨ ਹੁਣ ਜਿਹੜੇ ਲੋਕ ਕਾਲਾ ਬਾਜ਼ਾਰੀ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਕੋਵਿਡ ਦੇ ਟੀਕੇ 30-30 ਹਜ਼ਾਰ ਵਿੱਚ ਵੀ ਵੇਚੇ ਜਾ ਰਹੇ ਨੇ ਬਲੈਕ ਦੇ ਵਿੱਚ। ਸੋ ਸਾਰੇ ਲੋਕ ਨੇ ਜਿਹੜੇ ਉਹ ਜ਼ਰੂਰ ਖੁਦ ਸੁਚੇਤ ਰਹਿਣ ਕਿ ਟੀਕਾ ਸਿਰਫ 150 ਰੁਪਏ ਦਾ ਮਿਲੇਗਾ। ਦਰਅਸਲ ਸਰਕਾਰ ਨੂੰ ਇਹ ਸਪਸ਼ਟੀਕਰਨ ਦੇਣਾ ਪਿਆ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਘਿਰਾਓ ਕੀਤਾ ਸੀ ਤੇ ਕਾਂਗਰਸ ਲੀਡਰ ਜੈਰਾਮ ਰਮੇਸ਼ ਨੇ ਵੀ ਕਿਹਾ ਸੀ ਟਵੀਟ ਕਰਕੇ ਕਿ ਭਾਰਤ ਸਰਕਾਰ ਹੁਣ ਕੋਵੈਕਸਿਨ ਦੀ ਡੋਜ਼ ਹੈ ਜਿਹੜੀ 400 ਰੁਪਏ ਵਿੱਚ ਦੇਵੇਗੀ, ਜੋ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਤੈਅ ਕੀਤੀ ਕੀਮਤ ਤੋਂ ਕਿਤੇ ਵੱਧ ਹੈ। ਤੇ ਹੁਣ ਮੋਦੀ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਕੋਰੋਨਾ ਦੀ ਇਸ ਦੂਸਰੀ ਲਹਿਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਾਲਾਂ ਦੇ ਵਿੱਚ ਘਿਰੇ ਹੋਏ ਨੇ। ਪੱਛਮੀ ਬੰਗਾਲ ਦੇ ਵਿੱਚ ਧੜਾ-ਧੜ ਰੈਲੀਆਂ ਕਰਕੇ ਹਟੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸਿੱਖਿਆ ਦੇ ਰਹੇ ਨੇ ਕਿ ਕੋਰੋਨਾ ਅਸੀਂ ਪਿੰਡਾਂ ਦੇ ਵਿੱਚ ਪਹੁੰਚਣ ਨਹੀਂ ਦੇਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਾਲ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਕੋਰੋਨਾ ਨੂੰ ਪਿੰਡਾਂ ਤੱਕ ਪਹੁੰਚਾਉਣ ਤੋਂ ਰੋਕਣ ਦੀ ਚੁਣੌਤੀ ਹੈ। ਪੰਚਾਇਤੀ ਰਾਜ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਸਾਲ ਪਹਿਲਾਂ ਜਦੋਂ ਅਸੀਂ ਪੰਚਾਇਤੀ ਰਾਜ ਦਿਵਸ ਦੇ ਲਈ ਮਿਲੇ ਸੀ ਉਦੋਂ ਪੂਰਾ ਦੇਸ਼ ਕੋਰੋਨਾ ਨਾਲ ਮੁਕਾਬਲਾ ਕਰ ਰਿਹਾ ਸੀ। ਉਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਕੋਰੋਨਾ ਨੂੰ ਪਿੰਡਾਂ ਵਿੱਚ ਪਹੁੰਚਣ ਤੋਂ ਰੋਕਣ ਵਿੱਚ ਆਪਣੀ ਭੂਮਿਕਾ ਨਿਭਾਈਏ। ਇਸ ਵਾਰ ਵੀ ਤੁਹਾਡੇ ਸਾਹਮਣੇ ਇਹੀ ਚੁਣੌਤੀ ਖੜੀ ਹੈ, ਪਰ ਇਸ ਵਾਰ ਤੁਹਾਡੇ ਕੋਲ ਕੋਰੋਨਾ ਵੈਕਸੀਨ ਦਾ ਸੁਰੱਖਿਆ ਕਵਚ ਹੈ ਤੇ ਨਾਲ ਹੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ ਤੇ ਇਹ ਵੀ ਸੁਨਿਸ਼ਚਿਤ ਕਰਨਾ ਹੋਏਗਾ ਕਿ ਹਰ ਪਿੰਡ ਦੇ ਵਿੱਚ ਹਰ ਇੱਕ ਵਿਅਕਤੀ ਹੈ ਜਿਹੜਾ ਉਹ ਕੋਰੋਨਾ ਦਾ ਟੀਕਾ ਉਹਦੀ 2-2 ਡੋਜ਼ ਜ਼ਰੂਰ ਲਗਵਾਏ। 2 ਵਾਰੀ ਕੋਰੋਨਾ ਦਾ ਟੀਕਾ ਲਗਵਾਉਣਾ ਜ਼ਰੂਰੀ ਹੁੰਦਾ ਹੈ, ਉਹ ਜ਼ਰੂਰ ਲਗਵਾਏ। ਇਸ ਦੇ ਨਾਲ ਹੀ ਪਿੰਡਾਂ ਵਿੱਚ ਪਹੁੰਚਣ ਤੋਂ ਰੋਕਿਆ ਜਾ ਸਕਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੁਸ਼ਕਿਲ ਦੀ ਘੜੀ ਦੇ ਵਿੱਚ ਭਾਰਤ ਦੇ ਨਾਲ ਇਕਜੁੱਟਤਾ ਜ਼ਾਹਿਰ ਕੀਤੀ ਹੈ। ਟਵੀਟ ਕੀਤਾ ਕਿ ਮੈਂ ਭਾਰਤ ਦੇ ਲੋਕਾਂ ਦੇ ਨਾਲ ਅਜਿਹੇ ਵਕਤ ਵਿੱਚ ਇਕਜੁੱਟਤਾ ਜ਼ਾਹਿਰ ਕਰਨਾ ਚਾਹੁੰਦਾ ਜਦੋਂ ਉਹ ਕੋਵਿਡ-19 ਦੀ ਖਤਰਨਾਕ ਲਹਿਰ ਦਾ ਸਾਹਮਣਾ ਕਰ ਰਹੇ ਨੇ। ਸਾਡੇ ਗੁਆਂਢ ਅਤੇ ਦੁਨੀਆ ਦੇ ਵਿੱਚ ਜੋ ਲੋਕ ਮਹਾਮਾਰੀ ਨਾਲ ਜੂਝ ਰਹੇ ਨੇ, ਅਸੀਂ ਜਲਦੀ ਉਹਨਾਂ ਦੇ ਠੀਕ ਹੋਣ ਦੀ ਦੁਆ ਮੰਗਦੇ ਹਾਂ ਤੇ ਇਸ ਵਿਸ਼ਵ ਪੱਧਰੀ ਚੁਣੌਤੀ ਦਾ ਸਾਹਮਣਾ ਸਾਨੂੰ ਸਾਰਿਆਂ ਨੂੰ ਮਿਲ ਕੇ ਅਤੇ ਮਨੁੱਖਤਾ ਦੇ ਨਾਲ, ਇਨਸਾਨੀਅਤ ਦੇ ਨਾਲ ਕਰਨਾ ਹੋਏਗਾ। ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਇਸ ਟਵੀਟ ਦੇ ਜਵਾਬ ਦੇ ਵਿੱਚ ਭਾਰਤੀ ਟਵਿੱਟਰ ਯੂਜ਼ਰ ਵੀ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਤੇ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਪਾਕਿਸਤਾਨੀ ਲੋਕ ਭਾਰਤੀਆਂ ਦੇ ਨਾਲ ਇਕਜੁੱਟਤਾ ਦਾ ਪ੍ਰਦਰਸ਼ਨ ਲਗਾਤਾਰ ਕਰ ਰਹੇ ਨੇ। ਭਾਰਤ ਵਿੱਚ ਟਵਿੱਟਰ ਤੇ ਅੱਜ ਵੀ #ਪਾਕਿਸਤਾਨ ਸਟੈਂਡ ਵਿਦ ਇੰਡੀਆ ਟ੍ਰੈਂਡ ਕਰ ਰਿਹਾ ਹੈ। ਆਕਸੀਜਨ ਦੀ ਇਸ ਮਾਰਾਮਾਰੀ ਦੇ ਦਰਮਿਆਨ ਸਿੱਖ ਸੰਸਥਾ ਖਾਲਸਾ ਏਡ ਨੇ ਹੁਣ ਦਿੱਲੀ ਦੇ ਵਿੱਚ ਲੋਕਾਂ ਦੇ ਲਈ ਆਕਸੀਜਨ ਦਾ ਲੰਗਰ ਲਾ ਦਿੱਤਾ ਹੈ। ਇਸ ਦੇ ਲਈ ਸੰਸਥਾ ਦੇ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਹ ਨੰਬਰ ਹੈ 9115 09005। ਦੁਬਾਰਾ ਤੁਹਾਨੂੰ ਨੰਬਰ ਦੱਸ ਦਿੰਨੇ ਆ
91 156 09 005 ਇਸ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਆਪਣੀ ਜਿਹੜੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਆਕਸੀਜਨ ਦਾ ਸਿਲੰਡਰ ਲੈਣ ਦੇ ਲਈ। ਆਕਸੀਜਨ ਦਾ ਸਿਲੰਡਰ ਹੈ ਜਿਹੜਾ ਉਹ ਤੁਹਾਡੇ ਘਰ ਭੇਜਿਆ ਜਾਏਗਾ, ਪਰ ਸਿਰਫ 7 ਦਿਨਾਂ ਦੇ ਲਈ ਹੀ ਤੁਹਾਨੂੰ ਇਹ ਮਸ਼ੀਨ ਹੈ ਜਿਹੜੀ ਉਹ ਦਿੱਤੀ ਜਾਏਗੀ। ਉਸ ਤੋਂ ਬਾਅਦ ਇਸ ਨੂੰ ਵਾਪਸ ਲੈ ਲਿਆ ਜਾਵੇਗਾ, ਕਿਉਂਕਿ 7 ਦਿਨ ਬਹੁਤ ਹੁੰਦੇ ਨੇ ਇੱਕ ਮਰੀਜ਼ ਨੂੰ ਠੀਕ ਹੋਣ ਦੇ ਵਿੱਚ ਆਕਸੀਜਨ ਸਿਲੰਡਰ ਦੇ ਨਾਲ। ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੋਰੋਨਾ ਦੇ ਕਾਰਨ 18 ਮਰੀਜ਼ਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਰਜਿੰਦਰਾ ਹਸਪਤਾਲ ਉਹੀ ਹਸਪਤਾਲ ਹੈ ਪਿਛਲੇ ਸਮੇਂ ਦੇ ਵਿੱਚ ਮਾੜੇ ਸਿਹਤ ਪ੍ਰਬੰਧਾਂ ਦੇ ਕਰਕੇ ਅਤੇ ਸਿਹਤ ਕਰਮੀਆਂ ਨੂੰ ਤਨਖਾਹਾਂ ਨਾ ਦੇਣ ਕਰਕੇ ਚਰਚਾ ਦੇ ਵਿੱਚ ਰਿਹਾ। ਤੇ ਬੜੀ ਅਹਿਮ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਮੈਡੀਕਲ ਹਸਪਤਾਲ ਨੇ, ਮੈਡੀਕਲ ਕਾਲਜ ਨੇ, ਉਹਨਾਂ ਦੇ ਵਿੱਚੋਂ ਇੱਕ ਹੈ ਰਜਿੰਦਰਾ ਹਸਪਤਾਲ ਜਿਹੜਾ ਕਿ ਮੈਡੀਕਲ ਕਾਲਜ ਹੈ। ਮੈਡੀਕਲ ਕਾਲਜ ਦੇ ਵਿੱਚ ਹੀ ਸਹੂਲਤਾਂ ਦੀ ਘਾਟ ਹੋਣ ਦੀਆਂ ਖਬਰਾਂ ਕਈ ਵਾਰੀ ਨਸ਼ਰ ਹੋਈਆਂ ਨੇ। ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਕਿਸਾਨਾਂ ਨੇ ਜੋ ਆਕਸੀਜਨ ਦੀ ਘਾਟ ਦੇ ਨਾਲ ਵੱਖ-ਵੱਖ ਥਾਵਾਂ ਤੇ ਮੌਤਾਂ ਹੋ ਰਹੀਆਂ ਨੇ ਉਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਿੰਘੂ ਬਾਰਡਰ ਤੇ ਕਿਸਾਨਾਂ ਨੇ ਇੱਕ ਪਾਸੇ ਦਾ ਰਾਹ ਪੂਰੀ ਤਰ੍ਹਾਂ ਦੇ ਨਾਲ ਖੋਲ ਦਿੱਤਾ ਹੈ। ਹੁਣ ਸਿਰਫ ਤੇ ਸਿਰਫ ਦਿੱਲੀ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਹਟਾਉਣ ਦੀ ਜਿਹੜੀ ਉਡੀਕ ਹੈ ਉਹ ਕੀਤੀ ਜਾ ਰਹੀ ਹੈ। ਕਿਸਾਨ ਲੀਡਰਾਂ ਨੇ ਮੰਗ ਕੀਤੀ ਹੈ ਕਿ ਦਿੱਲੀ ਪੁਲਿਸ ਦੇ ਵੱਲੋਂ ਵੀ ਇੱਕ ਪਾਸੇ ਤੋਂ ਬੈਰੀਕੇਡਿੰਗ ਹਟਾਈ ਜਾਵੇ ਤਾਂ ਕਿ ਜਿਹੜੀਆਂ ਐਮਰਜੈਂਸੀ ਸਹੂਲਤਾਂ ਨੇ ਉਹਨਾਂ ਨੂੰ ਸਿੱਧੇ ਰਾਹ ਰਾਹੀਂ ਲੰਘਣ ਦਿੱਤਾ ਜਾਵੇ। ਹਾਲਾਂਕਿ ਹੁਣ ਤੱਕ ਉਹਨਾਂ ਨੂੰ ਥੋੜਾ ਜਿਹਾ ਵਲਵਲੇਵੇਂ ਵਾਲੇ ਰਾਹਾਂ ਦੇ ਵਿੱਚੋਂ ਐਂਟਰ ਹੋਣਾ ਪੈਂਦਾ ਸੀ। ਕਿਸਾਨ ਕਹਿੰਦੇ ਨੇ ਕਿ ਅਸੀਂ ਜ਼ਰੂਰੀ ਵਸਤੂਆਂ, ਐਮਰਜੈਂਸੀ ਵਸਤੂਆਂ ਦਾ ਰਾਹ ਕਦੇ ਵੀ ਨਹੀਂ ਰੋਕਿਆ। ਇਸ ਦੇ ਨਾਲ ਹੀ ਕਿਸਾਨ ਲੀਡਰਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਮੋਰਚਿਆਂ ਤੇ ਅਸੀਂ ਕਰੋਨਾ ਸੰਬੰਧੀ ਪੂਰੀ ਸਖਤੀ ਵਰਤ ਰਹੇ ਹਾਂ ਤੇ ਕਿਸਾਨ ਸਾਰੇ ਜ਼ਰੂਰੀ ਧਿਆਨ ਨੇ ਜਿਹੜੇ ਸਾਵਧਾਨੀਆਂ ਨੇ ਉਹ ਰੱਖ ਰਹੇ ਨੇ। ਤੇ ਇਹ ਵੀ ਜਾਣਕਾਰੀ ਦਿੱਤੀ ਹੈ ਕਿਸਾਨਾਂ ਨੇ ਕਿ ਟਿੱਕਰੀ ਮੋਰਚੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਅਧਿਆਪਕ ਪਹੁੰਚੇ ਨੇ ਕਿਸਾਨਾਂ ਦੀ ਹਮਾਇਤ ਦੇ ਵਿੱਚ, ਕਿਉਂਕਿ ਹੁਣ ਕਿਸਾਨ ਜ਼ੀਰੀ ਲਾਉਣ ਪਹੁੰਚੇ ਨੇ ਤੇ ਇਸ ਕਰਕੇ ਅਧਿਆਪਕ ਨੇ ਜਾਂ ਪੰਜਾਬ ਦੇ ਮੁਲਾਜ਼ਮ ਨੇ ਉਹ ਲਗਾਤਾਰ ਬਾਰਡਰਾਂ ਦੇ ਉੱਤੇ ਪਹੁੰਚ ਰਹੇ ਨੇ। ਬਹਿਬਲ ਕਲਾਂ ਗੋਲੀकांड ਦੇ ਨਾਲ ਜੁੜੀ ਅਹਿਮ ਖਬਰ ਹੈ। ਲੰਘੀ 9 ਅਪ੍ਰੈਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਂਚ ਕਰ ਰਹੀ ਸਿੱਟ ਦੀ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ, ਜਿਸ ਦੀ ਜਾਂਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਕਰ ਰਹੇ ਸੀ ਤੇ ਹੁਣ ਸ਼ੁੱਕਰਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਪਣੇ ਫੈਸਲੇ ਨੂੰ ਜਨਤਕ ਕੀਤਾ ਹੈ। ਹਾਈ ਕੋਰਟ ਦੀ ਬੈਂਚ ਨੇ ਆਈਪੀਐਸ ਅਫਸਰ ਕੁੰਵਰ ਵਿਜੇ ਪ੍ਰਤਾਪ ਤੇ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਦਿਆਂ ਗਵਾਹਾਂ ਦੇ ਨਾਲ ਪੱਖਪਾਤੀ ਰਵੱਈਆ ਰੱਖਣ ਦੇ ਇਲਜ਼ਾਮ ਲਾਏ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕੁੰਵਰ ਵਿਜੇ ਪ੍ਰਤਾਪ ਨੇ ਵਕਤ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਜਸਟਿਸ ਰਾਜਵੀਰ ਸਹਿਰਾਵਤ ਦੇ 99 ਪੇਜਾਂ ਦੇ ਫੈਸਲੇ ਦੇ ਵਿੱਚ ਜੱਜ ਨੇ ਕਿਹਾ ਕਿ ਘਟਨਾ ਵੇਲੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਡੀਸੀ ਜਾਂ ਫਿਰ ਡੀਜੀਪੀ ਨਾਲ ਹੋਈ ਗੱਲਬਾਤ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਉਹਨਾਂ ਨੇ ਮੁਜ਼ਾਹਰਾਕਾਰੀਆਂ ਉੱਤੇ ਪੁਲਿਸ ਨੂੰ ਗੋਲੀ ਚਲਾਉਣ ਜਾਂ ਫਿਰ ਉਹਨਾਂ ਨੂੰ ਜ਼ਖਮੀ ਕਰਨ ਦੇ ਹੁਕਮ ਦਿੱਤੇ ਹੋਣ। ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਸੱਚ ਸਭ ਦੇ ਸਾਹਮਣੇ ਆ ਚੁੱਕਿਆ ਹੈ, ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਘਮਸਾਨ ਮਚ ਗਿਆ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਉਹਨਾਂ ਦੀ ਹੀ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਨਿਸ਼ਾਨੇ ਤੇ ਨਿਸ਼ਾਨਾ ਸਾਧ ਰਹੇ ਨੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਆਪਣੇ ਹੀ ਮੁੱਖ ਮੰਤਰੀ ਖਿਲਾਫ ਟਵੀਟ ਕਰ ਰਹੇ ਨੇ ਤੇ ਬਹੁਤ ਵੱਡੀ ਗੱਲ ਹੈ ਕਿ ਹੈ ਚੀਮਾ ਨੇ ਵਿਰੋਧੀ ਧਿਰ ਦੇ ਲੀਡਰ ਨੇ ਜਿਹੜੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ, ਉਹਨਾਂ ਨੇ ਕਿਹਾ ਕਿ ਹੁਣ ਬੇਅਦਬੀ ਕਰਨ ਵਾਲੇ ਜੇਲ੍ਹਾਂ 'ਚ ਜਾਣਗੇ। ਜਦੋਂ ਪੰਜਾਬ ਸਰਕਾਰ ਬਦਲੇਗੀ ਤਾਂ ਸਾਰੇ ਚਿਹਰੇ ਬੇਨਕਾਬ ਹੋਣਗੇ। ਯਾਨੀ ਕਿ ਉਹ ਇਹ ਦੇਖ ਰਹੇ ਨੇ ਕਿ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਸਾਡੀ ਸਰਕਾਰ ਬਣੇਗੀ ਤੇ ਅਸੀਂ ਜੇਲ੍ਹਾਂ ਦੇ ਵਿੱਚ ਜ਼ਰੂਰ ਭੇਜਾਂਗੇ ਬੇਅਦਬੀ ਦੇ ਦੋਸ਼ੀਆਂ ਨੂੰ। ਹਾਈ ਕੋਰਟ ਨੇ 99 ਪੇਜਾਂ ਦੇ ਇਸ ਫੈਸਲੇ ਦੇ ਵਿੱਚ ਕਾਫੀ ਕੁਝ ਡਿਟੇਲ ਦੇ ਵਿੱਚ ਲਿਖਿਆ ਹੈ। ਉਸ ਦੀ ਖਾਸ ਰਿਪੋਰਟ ਵੀ ਅਸੀਂ ਤੁਹਾਨੂੰ ਦੇਵਾਂਗੇ, ਪਰ ਜੋ ਖਾਸ ਗੱਲਾਂ ਹਾਈ ਕੋਰਟ ਨੇ ਦੱਸਦਿਆਂ ਹੋਇਆਂ ਉਸ ਸਿੱਟ ਦੀ ਜਾਂਚ ਰਿਪੋਰਟ ਨੂੰ ਰੱਦ ਕੀਤਾ। ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੂੰ ਇਸ ਮਾਮਲੇ ਵਿੱਚ ਘਸੀਟਣ ਦੀ ਵੀ ਕੋਈ ਤੁਕ ਨਹੀਂ ਬਣਦੀ। ਅਕਸ਼ੇ ਕੁਮਾਰ ਨੂੰ ਇਸ ਮਾਮਲੇ ਵਿੱਚ ਸਾਜ਼ਿਸ਼ਕਰਤਾ ਬਣਾਉਣ ਦੀ ਜਾਣਬੁੱਝ ਕੇ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਸ ਵੇਲੇ ਉਸ ਦੀ ਫਿਲਮ ਸਿੰਘ ਇਜ਼ ਬਲਿੰਗ ਆਈ ਸੀ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦਾ ਧਾਰਮਿਕ ਮੁੱਦਾ ਵੀ ਇਸ ਮਾਮਲੇ ਦੇ ਨਾਲ ਜੋੜਿਆ ਗਿਆ। ਅਦਾਲਤ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਮੁੱਦੇ ਨੂੰ ਬੇਅਦਬੀ ਕਾਂਡ ਦੇ ਨਾਲ ਸਿਰਫ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਲਈ ਕੀਤਾ। ਹਾਲਾਂਕਿ ਇਸ ਬਾਬਤ ਕੋਈ ਠੋਸ ਸਬੂਤ ਉਹਨਾਂ ਦੇ ਕੋਲ ਨਹੀਂ ਸੀ। ਅਦਾਲਤ ਦੇ ਮੁਤਾਬਿਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗਵਾਹਾਂ ਦੇ ਬਿਆਨਾਂ ਨੂੰ ਆਪਣੇ ਪੱਖਪਾਤੀ ਰਵੱਈਏ ਦੇ ਮੁਤਾਬਿਕ ਬਦਲਣ ਦੀ ਕੋਸ਼ਿਸ਼ ਕੀਤੀ।
ਅਦਾਲਤ ਨੇ ਇਹ ਵੀ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਮੀਡੀਆ ਨੂੰ ਇੰਟਰਵਿਊ ਦੇਣਾ ਵੀ ਕਈ ਸਵਾਲ ਖੜੇ ਕਰਦਾ ਹੈ, ਖਾਸ ਕਰਕੇ ਚੋਣਾਂ ਵੇਲੇ ਅਜਿਹੇ ਇੰਟਰਵਿਊ ਸੂਬੇ ਦੀ ਸਿਆਸਤ ਤੋਂ ਪ੍ਰਭਾਵਿਤ ਨਜ਼ਰ ਆ ਰਹੇ ਨੇ। ਅਦਾਲਤ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਚੋਣਾਂ ਨੇੜੇ ਅਜਿਹਾ ਮੌਕਾ ਭਾਲ ਰਹੇ ਸੀ ਜਿਸ ਦੌਰਾਨ ਉਹ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਸਕਣ। ਇੰਨਾ ਹੀ ਨਹੀਂ, ਅਦਾਲਤ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਅਜਿਹਾ ਕਰਕੇ ਆਪਣੇ ਸਿਆਸੀ ਕੈਰੀਅਰ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਵੇਂ ਕਿ ਕਈ ਪੁਲਿਸ ਅਧਿਕਾਰੀ ਰਿਟਾਇਰਮੈਂਟ ਤੋਂ ਬਾਅਦ ਸਿਆਸਤ ਵਿੱਚ ਕਦਮ ਰੱਖਦੇ ਨੇ। ਪਰ ਜੇ ਦੇਖੀਏ, ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਹਾਲੇ ਰਿਟਾਇਰ ਹੋਣ ਹੀ ਨਹੀਂ ਵਾਲੇ ਸੀ। ਉਹਨਾਂ ਨੇ ਤਾਂ ਪ੍ਰੀ ਮੈਚੁਰ ਰਿਟਾਇਰਮੈਂਟ ਲਈ ਹੈ, ਇਸ ਫੈਸਲੇ ਤੋਂ ਖਫਾ ਹੋ ਕੇ। ਅਦਾਲਤ ਦਾ ਮੰਨਣਾ ਹੈ ਕਿ ਇਹ ਕਿਸੇ ਜੁਰਮ ਦੀ ਇੱਕ ਆਮ ਜਾਂਚ ਸੀ, ਜਿਸ ਵਿੱਚ ਜਾਂ ਮੁਜ਼ਾਹਰਾਕਾਰੀਆਂ ਦਾ ਜੁਰਮ ਸਾਬਿਤ ਹੁੰਦਾ ਜਾਂ ਪੁਲਿਸ ਦਾ ਜਾਂ ਫਿਰ ਦੋਵਾਂ ਦਾ, ਪਰ ਇਸ ਦੇ ਵਿੱਚ ਧਰਮ, ਸਿਆਸਤ ਅਤੇ ਪੁਲਿਸ ਨੂੰ ਘੜੀਸਿਆ ਗਿਆ, ਜਿਸ ਕਰਕੇ ਇਹ ਮਾਮਲਾ ਨਿਆਂ ਤੋਂ ਦੂਰ ਹੁੰਦਾ ਗਿਆ। ਅਦਾਲਤ ਨੇ ਵੀ ਕਿਹਾ ਕਿ ਪਹਿਲਾਂ SIT ਸੀਨੀਅਰ ਪੁਲਿਸ ਅਫਸਰ ਪ੍ਰਬੋਧ ਕੁਮਾਰ ਲੀਡ ਕਰ ਰਹੇ ਸੀ, ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਕਾਫੀ ਸੀਨੀਅਰ ਸਨ। SIT ਵਿੱਚ ਹੋਰ ਵੀ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਰਿਕਾਰਡ ਵਿੱਚ ਅਜਿਹਾ ਕਦੇ ਸਾਹਮਣੇ ਨਹੀਂ ਆਇਆ ਕਿ ਪ੍ਰਬੋਧ ਕੁਮਾਰ ਨੇ SIT ਦੀ ਅਗਵਾਈ ਨਾ ਕਰਨ ਦੀ ਗੱਲ ਕਹੀ ਹੋਵੇ। IPS ਪ੍ਰਬੋਧ ਕੁਮਾਰ ਦੀ ਟ੍ਰਾਂਸਫਰ ਉੱਤੇ ਵੀ ਅਦਾਲਤ ਨੇ ਸਵਾਲ ਖੜੇ ਕੀਤੇ ਨੇ, ਜਦਕਿ SIT ਦੇ ਕਈ ਸੀਨੀਅਰ ਮੈਂਬਰਾਂ ਨੇ ਲਿਖਤੀ ਰੂਪ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵਤੀਰੇ ਤੇ ਵੀ ਆਪਣੀ ਨਾਰਾਜ਼ਗੀ ਜਤਾਈ ਸੀ। ਸੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੋ ਵੀ ਕੁਝ ਲਿਖਿਆ ਹੈ, ਉਹ ਸਾਰੀ ਜਿਹੜੀ ਡਿਟੇਲ ਦੇ ਵਿੱਚ ਰਿਪੋਰਟ ਅਸੀਂ ਤੁਹਾਨੂੰ ਦਵਾਂਗੇ, ਕਿਉਂਕਿ ਉਸ ਨੂੰ ਪੜ੍ਹਨ ਤੇ ਵੀ ਹਜੇ ਉਸ ਨੂੰ ਜਿਹੜਾ ਉਹਦਾ ਅਧਿਐਨ ਕਰਨ ਤੇ ਵੀ ਟਾਈਮ ਲੱਗਣਾ ਹੈ, ਕਿਉਂਕਿ ਸਾਰੀ ਜਿਹੜੀ ਅਦਾਲਤੀ ਉਹਦੇ ਵਿੱਚ ਭਾਸ਼ਾ ਲਿਖੀ ਹੁੰਦੀ ਹੈ। 99 ਪੇਜਾਂ ਦੀ ਰਿਪੋਰਟ ਹੈ। ਅਸੀਂ ਜਲਦੀ ਤੁਹਾਨੂੰ ਉਸ ਰਿਪੋਰਟ ਦੇ ਹੋਰ ਪੱਖ ਵੀ ਦੱਸਾਂਗੇ ਖਾਸ ਰਿਪੋਰਟ ਦੇ ਵਿੱਚ। ਤੇ ਹਾਈ ਕੋਰਟ ਦੇ ਫੈਸਲੇ ਦੇ ਜਨਤਕ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਟਵੀਟ ਕੀਤਾ ਹੈ। ਇਸ ਟਵੀਟ ਦੇ ਵਿੱਚ ਉਹਨਾਂ ਨੇ ਸ਼ਰੇਆਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਲਿਖਿਆ ਹੋਇਆ। ਹਾਲਾਂਕਿ ਪਹਿਲਾਂ ਵਾਲੇ ਟਵੀਟ ਦੇ ਵਿੱਚ ਜਦੋਂ ਉਹ ਕੈਪਟਨ ਤੇ ਨਿਸ਼ਾਨਾ ਲਾਉਂਦੇ ਰਹੇ ਨੇ, ਉਹ ਕੈਪਟਨ ਦਾ ਨਾਮ ਕਦੇ ਨਹੀਂ ਲੈਂਦੇ। ਜਿਹੜਾ ਹੁਣ ਟਵੀਟ ਕੀਤਾ ਉਹਦੇ ਵਿੱਚ ਵੀ ਨਿਸ਼ਾਨਾ ਕੈਪਟਨ ਤੇ ਹੀ ਹੈ, ਪਰ ਨਾਮ ਉਹਨਾਂ ਦਾ ਨਹੀਂ ਲਿਖਿਆ ਹੈ ਕਿ ਪ੍ਰਕਾਸ਼ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਣ ਤੋਂ 2 ਸਾਲ ਬਾਅਦ ਵੀ ਇਹਨਾਂ ਦੋਵਾਂ ਖਿਲਾਫ ਚਲਾਨ ਪੇਸ਼ ਨਹੀਂ ਕੀਤਾ ਗਿਆ, ਨਾ ਹੀ ਇਹਨਾਂ ਦੋਵਾਂ ਦਾ ਨਾਮ FIR ਦੇ ਵਿੱਚ ਦਰਜ ਕੀਤਾ ਗਿਆ। ਇਸ ਤਰ੍ਹਾਂ ਸਾਨੂੰ ਇਨਸਾਫ ਕਿਵੇਂ ਮਿਲੇਗਾ? ਕਹਿੰਦੇ ਇਹਨਾਂ ਦੋਹਾਂ ਵਿਰੁੱਧ ਸਬੂਤ ਅਦਾਲਤ ਸਾਹਮਣੇ ਕਿਉਂ ਨਹੀਂ ਪੇਸ਼ ਕੀਤੇ ਗਏ ਤੇ ਪੰਜਾਬ ਦੇ ਇਸ ਸਭ ਤੋਂ ਅਹਿਮ ਕੇਸ ਨੂੰ ਠੰਡੇ ਬਸਤੇ ਵਿੱਚ ਪਾਉਣ ਤੇ ਲੀਹੋਂ ਲਾਉਣ ਲਈ ਜ਼ਿੰਮੇਵਾਰ ਕੌਣ ਹੈ? ਤੇ ਹੁਣ ਇਸ ਗੱਲ ਤੋਂ ਤੁਸੀਂ ਸੋਚ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਕਿਸ ਨੂੰ ਇਸ ਦਾ ਜ਼ਿੰਮੇਦਾਰ ਠਹਿਰਾ ਰਹੇ ਨੇ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਬਾਰੇ ਉਹ ਪਹਿਲਾਂ ਵੀ ਲਿਖ ਚੁੱਕੇ ਨੇ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਮੁੜ ਤੋਂ ਨਿਸ਼ਾਨਾ ਸਾਧਿਆ ਨਵਜੋਤ ਸਿੰਘ ਸਿੱਧੂ ਨੇ। ਕਿਸਾਨਾਂ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਤੇ ਹੋਰ ਲੀਡਰਾਂ ਨੇ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਭੇਜ ਕੇ ਮੰਗ ਕੀਤੀ ਹੈ ਕਿ ਉਹ ਸੂਬਾ ਸਰਕਾਰ ਨੂੰ ਕਣਕ ਦੇ ਲਈ ਲੋੜੀਂਦੇ ਬਾਰਦਾਨੇ ਦਾ ਪ੍ਰਬੰਧ ਕਰਨ ਦੇ ਲਈ ਹਦਾਇਤਾਂ ਜਾਰੀ ਕਰਨ। ਅਕਾਲੀ ਲੀਡਰਾਂ ਨੇ ਵੀ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਦੇ 24 ਘੰਟਿਆਂ ਦੇ ਵਿੱਚ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਹਰ ਹਾਲਤ ਵਿੱਚ ਕੀਤੀ ਜਾਵੇ। ਮੰਗ ਪੱਤਰ ਦੇਣ ਵਾਲੇ ਵਫਦ ਦੇ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂ, ਵਿਧਾਇਕ ਬਲਦੇਵ ਖਹਿਰਾ, ਅਕਾਲੀ ਲੀਡਰ ਸਰਬਜੀਤ ਸਿੰਘ ਮੱਕੜ ਸਮੇਤ ਹੋਰ ਲੀਡਰ ਵੀ ਮੌਜੂਦ ਸਨ। ਤੇ ਇਸ ਦਰਮਿਆਨ ਇਹ ਵੀ ਬੜਾ ਸਵਾਲ ਅਹਿਮ ਹੈ ਕਿ ਜਦੋਂ ਇਹੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਤਾਂ ਇਹ ਕਦੇ ਵੀ ਮੰਡੀਆਂ ਦੇ ਵਿੱਚ ਜਾ ਕੇ ਨਹੀਂ ਖੜਦੇ। ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਖੁਦ ਦਾਣਾ ਮੰਡੀ ਦੇ ਵਿੱਚ ਗਏ ਸੀ, ਉੱਥੇ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ। ਪਰ ਜਦੋਂ ਸੁਖਬੀਰ ਸਿੰਘ ਬਾਦਲ ਜੇ ਕਦੇ ਮੁੱਖ ਮੰਤਰੀ ਬਣ ਜਾਂਦੇ ਨੇ ਤਾਂ ਕੀ ਉਹ ਮੰਡੀ ਦੇ ਵਿੱਚ ਜਾ ਕੇ ਖੜਨਗੇ? ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਕਿਉਂ ਇਹ ਪੰਜਾਬ ਦੇ ਕਿਸਾਨਾਂ ਦੇ ਕੋਲ ਜਾ ਕੇ ਉਹਨਾਂ ਦੀਆਂ ਮੁਸ਼ਕਿਲਾਂ ਨਹੀਂ ਸੁਣਦੇ, ਹੱਲ ਨਹੀਂ ਕਰਦੇ? ਕੁਰਸੀ ਤੇ ਜਦੋਂ ਲੀਡਰ ਬਹਿ ਜਾਂਦੇ ਨੇ ਉਦੋਂ ਆਮ ਲੋਕਾਂ 'ਚ ਕਿਉਂ ਨਹੀਂ ਜਾਂਦੇ, ਤੇ ਜਦੋਂ ਕੁਰਸੀ ਤੇ ਨਹੀਂ ਹੁੰਦੇ ਉਦੋਂ ਇਹ ਦਰ-ਦਰ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਨੇ, ਉਹ ਤੁਸੀਂ ਦੇਖ ਸਕਦੇ ਹੋ। ਤੇ ਇਹਦੇ ਵਿੱਚ ਮਕਸਦ ਕੀ ਹੈ, ਮਨੋਰਥ ਕੀ ਹੈ, ਤੁਸੀਂ ਸਭ ਸਮਝਦਾਰ ਹੋ। ਹਾੜੀ ਦੇ ਸੀਜ਼ਨ ਦੇ ਬਾਵਜੂਦ ਪੰਜਾਬ ਦੇ ਵਿੱਚ ਜਿੰਨੇ 100 ਤੋਂ ਵੱਧ ਥਾਵਾਂ ਤੇ ਧਰਨੇ ਲੱਗੇ ਹੋਏ ਨੇ ਲਗਾਤਾਰ ਜਾਰੀ ਨੇ। ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਜਾਂ ਫਿਰ ਪੈਟਰੋਲ ਪੰਪਾਂ ਤੇ ਅੰਬਾਨੀਆਂ ਅਡਾਨੀਆਂ ਦੇ ਕਾਰੋਬਾਰਾਂ ਦੇ ਬਾਹਰ ਜਾਂ ਫਿਰ BJP ਲੀਡਰਾਂ ਦੇ ਘਰਾਂ ਦੇ ਬਾਹਰ ਜਿਹੜੇ ਧਰਨੇ ਲੱਗੇ ਨੇ ਉਹ ਲਗਾਤਾਰ 206ਵੇਂ ਦਿਨ ਦੇ ਵਿੱਚ ਪਹੁੰਚ ਗਏ ਨੇ ਤੇ ਲਗਾਤਾਰ ਜਾਰੀ ਨੇ। ਚਾਹੇ ਭਵਾਨੀਗੜ੍ਹ ਦੀ ਗੱਲ ਕਰ ਲਓ ਜਾਂ ਫਿਰ ਲਹਿਰਾ ਗਾਗਾ ਦੀ ਜਾਂ ਫਿਰ ਪੰਜਾਬ ਦੀਆਂ ਬਾਕੀ ਸਾਰੀਆਂ ਥਾਵਾਂ ਦੀ, ਸਭ ਥਾਵਾਂ ਤੇ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ
ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦੀ ਜਿਹੜੀ ਮੁਹਿੰਮ ਹੈ ਉਹ ਚਲਾਈ ਜਾ ਰਹੀ ਹੈ ਤੇ 24 ਅਪ੍ਰੈਲ ਨੂੰ ਵੀ ਸ਼ਨੀਵਾਰ ਨੂੰ ਵੀ ਪੰਜਾਬ ਦੇ 52 ਪਿੰਡਾਂ ਦੇ ਵਿੱਚ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਮੰਗ ਕੀਤੀ ਜਾ ਰਹੀ ਹੈ ਕਿ ਮੰਡੀਆਂ ਦੇ ਵਿੱਚ ਬਾਰਦਾਨੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਹੀ ਤਰੀਕੇ ਦੇ ਨਾਲ ਢੁਕਵੇਂ ਤਰੀਕੇ ਦੇ ਨਾਲ ਕਣਕ ਦੀ ਖਰੀਦ ਹੈ ਜਿਹੜੀ ਉਹ ਮੁਕੰਮਲ ਕੀਤੀ ਜਾਵੇ। ਕਿਸਾਨਾਂ ਦੀ ਖੱਜਲ ਖੁਆਰੀ ਨੂੰ ਬੰਦ ਕੀਤਾ ਜਾਵੇ। ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਨੇ। ਬਰਨਾਲਾ ਪੁਲਿਸ ਦੀ ਬੁਲਟ ਦੇ ਪਟਾਕਿਆਂ ਵਾਲੇ ਸਾਇਲੈਂਸਰਾਂ ਦੇ ਵਿਰੁੱਧ ਮੁਹਿੰਮ ਜਾਰੀ ਹੈ। ਬੁਲਟ ਤੇ ਪਟਾਕੇ ਮਾਰਨ ਵਾਲੇ ਸਾਇਲੈਂਸਰਾਂ ਨੂੰ ਲਗਾਤਾਰ ਪੁਲਿਸ ਭੰਨ ਰਹੀ ਹੈ ਅਤੇ ਹੁਣ ਪੁਲਿਸ ਨੇ ਸ਼ਹਿਰ ਦੇ ਵਿੱਚ 100 ਤੋਂ ਵਧੇਰੇ ਬੁਲਟ ਦੇ ਪਟਾਕਿਆਂ ਵਾਲੇ ਸਾਇਲੈਂਸਰ ਭੰਨੇ ਨੇ ਤੇ ਜੇ ਪਿਛਲੇ 15 ਦਿਨਾਂ ਦੀ ਗੱਲ ਕਰ ਲਈਏ ਤਾਂ ਬਰਨਾਲਾ ਪੁਲਿਸ ਪਿਛਲੇ 15 ਦਿਨਾਂ ਦੇ ਵਿੱਚ 400 ਤੋਂ ਵੱਧ ਪਟਾਕਿਆਂ ਵਾਲੇ ਸਾਇਲੈਂਸਰ ਹੈ ਜਿਹੜੇ ਉਹ ਭੰਨ ਚੁੱਕੀ ਹੈ। ਜਿਹੜੇ ਵੀ ਮੁੰਡੇ ਬੁਲਟ ਚਲਾਉਂਦੇ ਨੇ ਉਹਨਾਂ ਦੇ ਤੇ ਇਹ ਮੁਹਿੰਮ ਪੁਲਿਸ ਨੇ ਕਿਹਾ ਲਗਾਤਾਰ ਜਾਰੀ ਰਹੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਰਲ ਅਤੇ SC/ST ਸ਼੍ਰੇਣੀਆਂ ਦੇ ਲਈ PPSC ਯਾਨੀ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਦੀਆਂ ਸਾਰੀਆਂ ਪ੍ਰੀਖਿਆਵਾਂ ਦੇ ਲਈ ਫੀਸ ਘਟਾਉਣ ਜਦਕਿ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਤੇ ਦਿਵਿਆਂਗ ਉਮੀਦਵਾਰਾਂ ਦੇ ਲਈ ਪੂਰੀ ਫੀਸ ਮਾਫੀ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਇਹਨਾਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਾਲਾਂਕਿ ਅਰਜ਼ੀ ਫੀਸ ਪਹਿਲਾਂ ਵਾਲੀ ਹੀ ਰਹੇਗੀ। ਅਰਜ਼ੀ ਫੀਸ ਹੈ ਜਿਹੜੀ ਉਹ 500 ਰੁਪਏ ਹੈ ਉਹ ਲਾਗੂ ਹੀ ਰਹੇਗੀ। ਬਾਕੀ ਫੀਸਾਂ ਨੇ ਜਿਹੜੀਆਂ ਦੋ ਵਰਗਾਂ ਦੇ ਲਈ ਬਿਲਕੁਲ ਮੁਫਤ ਕਰ ਦਿੱਤੀਆਂ ਨੇ, ਬਾਕੀ ਸਾਰਿਆਂ ਲਈ ਫੀਸਾਂ ਘਟਾ ਦਿੱਤੀਆਂ ਨੇ। ਭਾਰਤ ਦੇ ਵਿੱਚ ਡੀਜ਼ਲ, ਪੈਟਰੋਲ ਤੇ ਸਿਲੰਡਰ ਤੋਂ ਬਾਅਦ ਰਸੋਈ ਗੈਸ ਸਿਲੰਡਰ ਤੋਂ ਬਾਅਦ ਹੁਣ ਸਰੋਂ ਦਾ ਤੇਲ ਵੀ ਲੋਕਾਂ ਨੂੰ ਤੰਗ ਕਰਨ ਲੱਗਿਆ। ਮਸ਼ੀਨਾਂ ਤੇ ਮਿਲਣ ਵਾਲਾ ਸਰੋਂ ਦਾ ਤੇਲ ਸਿਰਫ 5 ਦਿਨਾਂ ਦੇ ਵਿੱਚ 140 ਰੁਪਏ ਪ੍ਰਤੀ ਲੀਟਰ ਤੋਂ 175 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ, ਯਾਨੀ ਕਿ ਤੇਲ ਦੇ ਰੇਟ ਦੇ ਵਿੱਚ 35 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦੀ ਸਾਕਾ ਸ਼੍ਰੀ ਫਤਿਹਗੜ੍ਹ ਸਾਹਿਬ ਨਾਲ ਜੁੜੀਆਂ ਮਹਾਨ ਸ਼ਖਸੀਅਤਾਂ ਦੇ ਨਾਂ ਉੱਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜੋੜਨ ਵਾਲੀਆਂ ਸੜਕਾਂ ਦੇ ਨਾਮ ਰੱਖਣ ਲਈ ਯਾਤਰਾ ਵਿਭਾਗ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਸਕੱਤਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ। ਯਾਨੀ ਕਿ ਹੁਣ ਫਤਿਹਗੜ੍ਹ ਸਾਹਿਬ ਦੀਆਂ ਸੜਕਾਂ ਦੇ ਨਾਮ ਸ਼ਹੀਦਾਂ ਦੇ ਨਾਮ ਤੇ ਰੱਖੇ ਜਾਣਗੇ। 7 ਅਪ੍ਰੈਲ ਨੂੰ SGPC ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ 22 ਦਸੰਬਰ 2003 ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀਵਾਨ ਟੋਡਰਮਲ ਜੀ, ਸ਼ੇਰ ਮੁਹੰਮਦ ਖਾਂ ਮਲੇਰਕੋਟਲਾ, ਭਾਈ ਮੋਤੀ ਰਾਮ ਮਹਿਰਾ ਅਤੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ 4 ਸੁੰਦਰ ਗੇਟ ਉਸ ਵਕਤ ਕੈਪਟਨ ਦੀ ਸਰਕਾਰ ਵੱਲੋਂ ਬਣਾਏ ਗਏ ਸੀ ਤੇ ਹੁਣ ਜਿਹੜੀਆਂ ਸੜਕਾਂ ਦੇ ਉੱਤੇ ਉਹ ਗੇਟ ਬਣਾਏ ਗਏ ਨੇ ਉਹਨਾਂ ਸੜਕਾਂ ਦੇ ਨਾਮ ਵੀ ਇਹਨਾਂ ਸ਼ਖਸੀਅਤਾਂ ਦੇ ਨਾਮ ਦੇ ਉੱਤੇ ਹੀ ਰੱਖੇ ਜਾਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਪੀਲ ਨੂੰ ਪ੍ਰਵਾਨ ਕਰ ਲਿਆ ਹੈ ਬੜੇ ਸਤਿਕਾਰ ਦੇ ਨਾਲ ਅਤੇ ਵਿਭਾਗ ਨੂੰ ਇਸ ਤੇ ਅਮਲ ਕਰਨ ਦੇ ਹੁਕਮ ਵੀ ਦੇ ਦਿੱਤੇ ਨੇ। ਕਰੋਨਾ ਦੇ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਕੇਸਾਂ ਦੀ ਵਰਚੁਅਲ ਸੁਣਵਾਈ ਹੋ ਰਹੀ ਹੈ ਤੇ ਇੱਕ ਸੁਣਵਾਈ ਦੌਰਾਨ ਕੁਝ ਅਜਿਹਾ ਵਾਪਰਿਆ ਜਿਸ ਦੇ ਕਾਰਨ ਜਸਟਿਸ ਨੂੰ ਟਿੱਪਣੀ ਕਰਨੀ ਪੈ ਗਈ ਇੱਕ ਵਕੀਲ ਦੇ ਉੱਤੇ ਹੀ। ਜਸਟਿਸ BS ਵਾਲੀਆ ਦੀ ਬੈਂਚ ਕਿਸੇ ਕੇਸ ਦੀ ਸੁਣਵਾਈ ਕਰ ਰਹੇ ਸੀ। ਇਸ ਦੌਰਾਨ ਇਹ ਦੇਖਿਆ ਗਿਆ ਕਿ ਇੱਕ ਵਕੀਲ ਸੁਣਵਾਈ ਦੇ ਦੌਰਾਨ ਤਰਬੂਜ਼ ਖਾ ਰਿਹਾ ਸੀ। ਹਰ ਕੋਈ ਉਸ ਦੇ ਵੱਲ ਧਿਆਨ ਦੇ ਰਿਹਾ ਸੀ। ਇੱਕ ਵਕੀਲ ਉਸ ਵਕੀਲ ਨੂੰ ਦੇਖ ਕੇ ਤਰਬੂਜ਼ ਖਾਂਦੇ ਨੂੰ ਦੇਖ ਕੇ ਮੁਸਕਰਾਇਆ ਵੀ। ਜਸਟਿਸ ਵਾਲੀਆ ਨੇ ਵੀ ਨੋਟ ਕੀਤਾ ਪਰ ਵਕੀਲ ਤਰਬੂਜ਼ ਖਾਣ ਦੇ ਵਿੱਚ ਇੰਨਾ ਰੁੱਝਿਆ ਹੋਇਆ ਸੀ ਕਿ ਬਹਿਸ ਵੱਲ ਧਿਆਨ ਹੀ ਨਹੀਂ ਦੇ ਰਿਹਾ ਸੀ ਤੇ ਇਸ ਦਰਮਿਆਨ ਜਸਟਿਸ ਨੇ ਵਿਅੰਗਮਈ ਤਰੀਕੇ ਦੇ ਨਾਲ ਮਜ਼ਾਕ ਦੇ ਵਿੱਚ ਵਕੀਲ ਨੂੰ ਕਿਹਾ ਕਿ ਸ਼੍ਰੀਮਾਨ ਤੁਸੀਂ ਆਪਣੇ ਤਰਬੂਜ਼ ਦਾ ਆਨੰਦ ਲਓ। ਸੋ ਜਿਹੀਆਂ ਜਿਹੜੀਆਂ ਕਾਫੀ ਘਟਨਾਵਾਂ ਨੇ ਜਿਹੜੀਆਂ ਆਪਣੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਦੋਂ ਵਰਚੁਅਲ ਮੀਟਿੰਗਸ ਹੁੰਦੀਆਂ ਨੇ ਜਾਂ ਫਿਰ ਕੋਈ ਵੀ ਵਰਚੁਅਲ ਸੁਣਵਾਈ ਹੁੰਦੀ ਹੈ ਤਾਂ ਅਜਿਹੇ ਹਾਸੋਹੀਣੇ ਦ੍ਰਿਸ਼ ਨੇ ਜਿਹੜੇ ਕਈ ਵਾਰੀ ਸਾਹਮਣੇ ਆਏ ਨੇ। ਦਰਅਸਲ ਆਨਲਾਈਨ ਕੇਸ ਦੀ ਸੁਣਵਾਈ ਦੇ ਲਈ ਵਕੀਲਾਂ ਤੋਂ ਪ੍ਰਵਾਨਿਤ ਸੌਫਟਵੇਅਰ ਦੇ ਨਾਲ ਉਹਨਾਂ ਨੂੰ ਜੋੜਨ ਦੇ ਲਈ ਕਿਹਾ ਗਿਆ ਸੀ। ਇਹ ਵੀ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਸੀ ਕਿ ਜਿਹੜੇ ਕਮਰੇ ਦੇ ਵਿੱਚ ਸੁਣਵਾਈ ਬੈਠ ਕੇ ਉਹ ਕਰਨ ਉਹ ਕਮਰਾ ਇਕਾਂਤ ਵਿੱਚ ਹੋਵੇ ਤੇ ਉੱਥੇ ਕੋਈ ਪਰੇਸ਼ਾਨੀ ਨਾ ਹੋਵੇ। ਪਰ ਇਹ ਵਕੀਲ ਸਾਹਿਬ ਤਰਬੂਜ਼ ਖਾਣ ਦੇ ਵਿੱਚ ਰੁੱਝੇ ਹੋਏ ਸੀ। ਪਟਿਆਲਾ ਦੇ SSP ਵਿਕਰਮਜੀਤ ਦੁੱਗਲ ਨੇ 6 ਪੁਲਿਸ ਮੁਲਾਜ਼ਮਾਂ ਨੂੰ ਅਨੁਸ਼ਾਸਨਹੀਨਤਾ ਕਾਰਨ ਬਰਖਾਸਤ ਕਰ ਦਿੱਤਾ ਹੈ। SSP ਨੇ ਕਿਹਾ ਕਿ ਇਹਨਾਂ ਸਾਰਿਆਂ ਦੇ ਵਿਰੁੱਧ ਵਿਭਾਗੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਡਿਊਟੀ ਤੋਂ ਬਰਖਾਸਤ ਕਰਨ ਦੇ ਹੁਕਮ ਹੁਣ ਦੇ ਦਿੱਤੇ ਗਏ ਨੇ। 6 ਪੁਲਿਸ ਅਧਿਕਾਰੀ ਲਗਾਤਾਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਸਨ। SSP ਨੇ ਕਿਹਾ ਕਿ ਪੁਲਿਸ ਮਹਿਕਮੇ ਦੇ ਵਿੱਚ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ। ਡਰ ਦੇ ਮਾਹੌਲ ਦੇ ਵਿੱਚ ਨਾ ਪਾਓ, ਦਹਿਸ਼ਤ ਦੇ ਵਿੱਚ ਨਾ ਆਓ ਕਿਉਂਕਿ ਇੱਕ ਨਾਰਮਲ ਬਿਮਾਰੀ ਹੈ। ਪੈਨਿਕ ਦੇ ਵਿੱਚ ਆ ਕੇ ਲੋਕ ਜ਼ਿਆਦਾ ਆਪਣੀਆਂ ਜਾਨਾਂ ਗਵਾ ਰਹੇ ਨੇ। ਸੋ ਹੌਸਲਾ ਰੱਖੋ, ਹਿੰਮਤ ਰੱਖੋ।
ਅਤੇ ਆਪਣਾ ਸਾਹ ਚੰਗੇ ਤਰੀਕੇ ਦੇ ਨਾਲ ਲੈਂਦੇ ਰਹੋ। ਸਵੇਰੇ ਉੱਠ ਕੇ ਸਵੇਰ ਬਹੁਤ ਸੋਹਣੀ ਹੁੰਦੀ ਹੈ, ਉਹਨੂੰ ਜ਼ਰੂਰ ਦੇਖਿਆ ਕਰੋ। ਆਕਸੀਜਨ ਉਦੋਂ ਭਰਪੂਰ ਮਾਤਰਾ ਦੇ ਵਿੱਚ ਮਿਲਦੀ ਹੁੰਦੀ ਹੈ ਤੇ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।